कदे किसी ने मेड़ा नहीं मारिया? तुम तो छोटी हो। मेरा तो बहुत मारे when I was in Miss India ना, I went to Miss India, so I was not, ਪਹਿਲਾਂ I was not eligible, ਫਿਰ ਮੈਂ ਚੱਲ ਗਈ elite Miss India ਸੀਗਾ, ਉਹ 'ਚ 5-4 ਜਾਣਾ ਸੀ, ਮੈਂ ਚੱਲ ਗਈ ਉੱਥੇ ਲੰਬੀ ਲੰਬੀ। ਕਿੰਨੀ ਹੈ ਤੁਹਾਡੀ ਹਾਈਟ ਹਲੇ? I'm 5'4 and a half. ਹਾਏ Not that bad, not like are you? मतलब मेरी बैड है कि ਵਧੀਆ है यार ऊपर से कैसे लेते हैं सब? ਓਕੇ ਵਧੀਆ ਹੈ ਮੇਰੀ 6'2" ਹਾਈਟ। ਬਲੈਤਾਂ 'ਚ ਘੁੰਮੇ ਹੋ ਨਾ, ਜਾਂਦੇ ਤਾਂ ਰਹਿੰਦੇ ਹੋ ਤੁਸੀਂ, ਫਿਰ ਉੱਥੇ ਨਾਰਮਲ ਹੁੰਦੀ ਹੈ ਮੁੰਡਿਆਂ ਦੀ ਇੰਨੀ ਹਾਈਟ, ਆਪਣੇ ਇੱਥੇ ਲੋਕ ਛੋਟੇ ਹੈ। ਬਟ ਜਦੋਂ ਐਕਚੁਅਲੀ ਦੇ ਵਿੱਚ ਤੁਸੀਂ ਲੰਮੇ ਹੁੰਦੇ ਹੋ ਨਾ, ਤੁਹਾਨੂੰ ਚੀਜ਼ ਨਾ ਡਿਫਰੈਂਟ ਦਿਖਦੀ ਹੈ, ਇਫੈਕਟ ਹੈ ਨਜ਼ਰ। ਸੀਰੀਅਸਲੀ ਐਸਾ ਕੋਈ ਇਫੈਕਟ ਨਹੀਂ ਹੈ, ਸਭ ਬਰਾਬਰ ਲਾਈਕ ਯੂ ਕੈਨ ਸੀ ਮਾਈ ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰੀਲੀ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਦ ਕ੍ਰਾਸ ਇੰਟਰਵਿਊ 'ਚ। ਵਾਹ, ਅੱਜ ਸਾਡੇ ਨਾਲ ਦੋ ਇਹੋ ਜਿਹੇ ਕਲਾਕਾਰ ਨੇ ਜੋ ਜਿੰਨੇ ਸੁਰੀਲੇ ਨੇ ਓਨੇ ਹੀ ਸੁਨੱਖੇ, ਤੇ ਜਿਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜੀ ਹੈ। ਇੱਕ ਨੇ ਬੇਹੱਦ ਸੁਰੀਲੇ ਕਲਾਕਾਰ ਗੁਰਨਜ਼ਰ ਚੱਠਾ ਤੇ ਨਾਲ ਨੇ ਮਲਟੀ ਟੈਲੈਂਟਡ ਸਾਰਾ ਗੁਰਪਾਲ। ਆਡੀਅנס ਵੀ ਇਹਦੇ 'ਚ। ਵੈਸੇ ਤਾਂ ਤੁਹਾਡੇ ਆਉਣ ਨਾਲ ਅੱਜ ਦਾ ਸ਼ੋਅ ਤਾਂ ਖਾਸ ਬਣ ਹੀ ਗਿਆ ਹੈ, ਪਰ ਇਹਨੂੰ ਹੋਰ ਵੀ ਖਾਸ ਬਣਾਉਣਗੇ ਤੁਹਾਡੇ ਇੱਕ ਦੂਜੇ ਨੂੰ ਪੁੱਛੇ ਜਾਣ ਵਾਲੇ ਸਵਾਲ। ਸ਼ੋਅ ਸ਼ੁਰੂ ਕਰਦੇ ਹਾਂ ਸਾਰਾ ਦੇ ਸਵਾਲਾਂ ਤੋਂ। ਸਾਰਾ ਓਵਰ ਟੂ ਯੂ। ਓਕੇ, ਕੁੜੀ ਹੈ ਨਾ, ਕੁੜੀ ਦਾ ਪੱਖ ਲੈ ਗਈ ਸੁਰੀਲੀ ਹੈ। ਲੇਡੀਜ਼ ਫਰਸਟ। ਸੋ ਮੇਰੇ ਪਾਸ ਤਾਂ ਬਹੁਤ ਸਾਰੇ, ਮੇਰੇ ਕੋਲ ਬਹੁਤ ਸਾਰੇ ਕੁਐਸਚਨ ਹੈ, ਬਟ ਇੱਕ ਕੁਐਸਚਨ ਜੋ ਕਿ ਐਕਚੁਅਲੀ ਸਾਰੀ ਕੁੜੀਆਂ ਪੁੱਛਣਾ ਚਾਹੁੰਦੀਆਂ ਨੇ ਤੇ ਮੁੰਡੇ ਵੀ ਐਕਚੁਅਲੀ ਸਭ ਕੋਈ, ਯੂ ਨੋ ਗੁੱਡਨੈਸ ਹੈ, ਯੂ ਪਲੇ ਗਿਟਾਰ ਬਹੁਤ ਵਧੀਆ ਹੈ ਨਾ, ਬਟ ਜਿੱਦਾਂ ਨਾ ਕਾਲਜ ਦੇ ਵਿੱਚ ਜਾਂ ਫਿਰ ਸਕੂਲ ਦੇ ਵਿੱਚ ਐਦਾਂ ਕਹਿੰਦੇ ਨਾ ਵੀ ਮੈਂ ਸਮਝ ਗਿਆ ਤੁਹਾਡਾ ਗਿਟਾਰ ਸਵਾਲ ਯਾਰ, ਵਜਾਉਂਦੇ ਆ। ਛੱਡੋ। ਮੈਂ ਹੁਣ ਦੱਸਦਾ ਕਿ ਇਹ ਸਿਰਫ ਇੱਕ ਪਰਸੈਪਸ਼ਨ ਹੈ। ਮੈਂ ਗਿਟਾਰ ਵਜਾਉਂਦਾ ਸੀਗਾ, ਮੈਂ +1 'ਚ ਪਲੇ ਕਰਨਾ ਸਟਾਰਟ ਕੀਤਾ, ਔਰ ਉਸ ਤੋਂ ਬਾਅਦ ਮੈਂ ਆਪਣੇ ਕਾਲਜ ਦੇ MA ਤੱਕ, ਮਤਲਬ ਮੇਰੀ ਕੋਈ ਸਹੇਲੀ ਨਹੀਂ ਸੀ ਔਰ ਜਿਹਨੂੰ ਮੈਂ ਪਸੰਦ ਕਰਦਾ ਹੁੰਦਾ ਸੀਗਾ ਉਹ ਮੈਨੂੰ ਨਹੀਂ ਸੀ ਕਰਦੀਆਂ। ਸੋ ਇਹ ਗੱਲ ਕਹਿਣੀ ਝੂਠੀ ਹੈ ਕਿ ਗਿਟਾਰ ਵਾਲੇ ਮੁੰਡਿਆਂ ਨੂੰ ਪਸੰਦ ਕੀਤਾ ਜਾਂਦਾ, ਮੈਨੂੰ ਨਹੀਂ ਲੱਗਦਾ ਕਿ ਕੀਤਾ ਜਾਂਦਾ। ਹੋ ਸਕਦਾ ਕਿ ਜਿਸकी ਜ਼ਿੰਦਗੀ में कुछ ऐसा हुआ हो, ਉਹਨੂੰ ਲੱਗਦਾ ਹੋਣਾ ਕਿ ਹਾਂ ਮੇਰੀ ਮਦਦ ਕੀ ਗਿਟਾਰ ਨੇ, ਬਟ ਗਿਟਾਰ ਨੇ ਮੇਰੀ ਉੱਦਾਂ ਜ਼ਿੰਦਗੀ ਸਵਾਰਤੀ। ਕਿਉਂਕਿ ਜਦ ਮੈਂ ਗਿਟਾਰ ਪਲੇ ਕਰਨਾ ਸਟਾਰਟ ਕੀਤਾ ਸੀ, ਮੈਨੂੰ ਨਹੀਂ ਸੀ ਪਤਾ ਮੈਂ ਕਦੇ ਮਿਊਜ਼ਿਕ ਇਸ ਇੰਡਸਟਰੀ 'ਚ ਆਊਂਗਾ ਜਾਂ ਫਿਰ ਮੇਰਾ ਕੁਛ ਹੋਏਗਾ। ਤਾਂ ਕੋਈ ਬੈਂਡ ਨਹੀਂ ਸੀ ਮੇਰਾ, ਤਾਂ ਇੱਕ ਮੇਰਾ ਲੌਤਾ ਸਾਥੀ ਸੀ ਜੋ ਮੈਨੂੰ ਅੱਜ ਤੱਕ ਇੱਥੇ ਲੈ ਕੇ ਆਇਆ। ਅੱਜ ਵੀ ਮੇਰਾ ਗਿਟਾਰ ਇੱਥੇ ਹੈ, ਪਰ ਉਹਦੇ ਕਰਕੇ ਜੋ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਸੀ ਉਹ ਕੁਛ ਨਹੀਂ ਹੋਇਆ। ਬਟ ਐਕਚੁਅਲੀ ਦੈਟ ਇਜ਼ ਅ ਗੁੱਡ ਥਿੰਗ। ਜੇ ਕੁੜੀਆਂ ਨਹੀਂ ਤਾਂ ਘੱਟੋ ਘੱਟ ਕਰੀਅਰ ਤਾਂ ਪੂਰਾ ਸੈੱਟ ਹੈ ਨਾ, ਯੂ ਨੋ ਉਹ ਜਾ। ਐਂਡ ਆਈ ਐਮ ਮੋਰ ਦੈਨ ਹੈਪੀ ਕਿ ਕਰੀਅਰ ਸੈੱਟ ਹੋ ਗਿਆ। ਕੀ ਆ ਛੱਡੋ, ਇੰਨੀ ਸੋਹਣੀ ਨਾਲ ਬੈਠੀ, ਆਪਾਂ ਕੀ ਲੈਣਾ। ਓ ਮਾਈ ਗॉड। ਓਕੇ, ਅਨਦਰ ਕੁਐਸਚਨ ਆਈ ਹੈਵ ਫॉर ਯੂ। ਜੀ ਓਕੇ ਗੁਰਨਜ਼ਰ, ਟੈਲ ਮੀ ਕੋਈ ਇਦਾਂ ਦੀ ਚੀਜ਼ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਬਸ ਸਟਕ ਕਰ ਜਾਵੇ ਤਾਂ ਸਟਕ ਕਰ ਜਾਵੇ, ਤੁਸੀਂ ਸੋਚਦੇ ਹੀ ਰਹਿੰਦੇ ਹੋ ਉਸ ਚੀਜ਼ ਦੇ ਬਾਰੇ। ਹਾਂ ਬਿਲਕੁਲ, ਜਦ ਮੈਂ ਕੋਈ ਮਿਸਟੇਕ ਕਰ ਦਿੰਦਾ, ਕੋਈ ਵੀ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ, ਸ਼ਾਇਦ ਮੈਂ ਆਪਣੀਆਂ ਚੰਗੀਆਂ ਚੀਜ਼ਾਂ ਇੰਨੀਆਂ ਯਾਦ ਨਹੀਂ ਰੱਖਦਾ, ਬਟ ਜਦ ਕਦੇ ਮੇਰੇ ਤੋਂ ਗਲਤੀ ਹੁੰਦੀ ਹੈ ਔਰ ਅਗਰ ਉਹ ਮੈਨੂੰ ਰਿਅਲਾਈਜ਼ ਹੋ ਜੇ ਤਾਂ ਇਟ ਮੇਕਸ ਮੀ ਫੀਲ ਬੈਡ। ਘੱਟੋ ਘੱਟ ਨਹੀਂ ਤਾਂ ਕਿੰਨੇ ਚਿਰ ਤੱਕ, ਜਦ ਤੱਕ ਕੋਈ ਰੁੱਸਿਆ ਹੋਇਆ ਬੰਦੇ ਨੂੰ ਮੈਂ ਮਨਾ ਨਹੀਂ ਲੈਂਦਾ, ਉਹ ਤਾਂ ਉਹ ਦਿਲ 'ਚ ਰਹਿੰਦੀ ਹੈ ਫਿਰ ਗੱਲ। ਚਲੋ ਇਹ ਤਾਂ ਵਧੀਆ ਗੱਲ ਹੈ, ਮਤਲਬ ਦਿਲ ਨਹੀਂ ਦਿਖਾਉਂਦਾ ਮੁੰਡਾ ਕਿਸੇ ਦਾ। ਫਿਰ ਵੀ ਕੁੜੀਆਂ ਨੇ ਇਹਨੂੰ ਨਾ, ਫਿਰ ਵੀ ਕੁੜੀਆਂ ਨੇ ਸਿੰਗਲ ਛੱਡਤਾ ਸੀ ਕਾਲਜ 'ਚ। ਐਨੀਵੇਜ਼ ਅਨਦਰ ਕੁਐਸਚਨ ਆਈ ਹੈਵ ਪਰ ਇਹ ਵੀ ਹੈ ਕਿ ਉਸ ਤੋਂ ਬਾਅਦ 2-4 ਦੇ ਮੈਸੇਜ ਵੀ ਆਏ ਆਪਾਂ ਨੂੰ, ਹੁਣ ਖੁਸ਼ੀ ਹੁੰਦੀ ਹੈ ਆਪਾਂ ਨੂੰ। ਦੇਖ ਲਓ गिटार, फिर मैं नहीं की गल। कोई नहीं, ये लाया था, इसको बोलते हैं झूठ। क्या कि मैंने फिर बात नहीं की, ऐसा तो नहीं होया होगा। प्लीज गुरनज़र, कॉलेज ਦੇ ਵਿੱਚ ਜਿਹੜੀ ਕੁੜੀ ਨਾ ਓਕੇ ਉਹਨਾਂ ਚੋਂ ਇੱਕ ਦੋ ਦੇ ਤਾਂ ਵਿਆਹ ਹੋਏ ਹੁਣ ਵਿਆਹੀ ਹੋਈ ਕੁੜੀ ਨਾਲ ਬੰਦਾ ਕੀ ਗੱਲ ਕਰੇ। ਇੱਕ ਹੋਰ ਗੱਲ ਬਾਤ ਨਹੀਂ, ਜਿਹੜੀ ਕੁੜੀ ਤੁਹਾਨੂੰ ਪਸੰਦ ਨਹੀਂ ਕਰਦੀ ਸੀ ਮੈਨੂੰ ਉਹਦੇ ਬਾਰੇ ਦੱਸੋ। ਉਹਦਾ ਕਦੇ ਕਾਲ ਮੈਸੇਜ ਜਾਂ ਕੋਈ ਐਦਾਂ ਇੰਸਟਾਗ੍ਰਾਮ ਤੇ ਇਹ ਵੀ ਇੱਕ ਕਿੱਸਾ ਹੈ, ਬਟ ਆਈ ਥਿੰਕ ਕਿ ਹੋ ਸਕਦਾ ਜੇ ਮੈਂ ਉਹਦੇ ਬਾਰੇ ਬੋਲਾਂ ਔਰ ਇੰਟਰਵਿਊ ਦੇਖ ਲੈ ਤਾਂ ਰਿਲੇਟ ਨਾ ਕਰ ਲੈ। ਤੇ ਚਲੋ ਮੈਂ ਦੱਸਦਾ, ਇੱਕ ਸਾਡਾ ਸਾਡੇ ਪੂਰੇ ਸਕੂਲ ਦਾ ਤੁਸੀਂ ਕਹਿ ਸਕਦੇ ਹੋ ਜਿੰਨਾ ਮੇਰਾ ਫਰੈਂਡ ਸਰਕਲ ਸੀ, ਸਾਡਾ ਸਾਰਿਆਂ ਦਾ ਇੱਕ ਕ੍ਰਸ਼ ਸੀ। ਔਰ ਉਸ ਕੁੜੀ ਨੂੰ ਇੱਕ ਵਾਰੀ ਗੇੜੀ ਮਾਰਦੇ ਹੋਏ ਅਸੀਂ ਛੇੜਿਆ ਵੀ, ਮਤਲਬ ਮੈਂ ਛੇੜਿਆ ਨਹੀਂ ਸੀ, ਬਸ ਗੇੜੀ ਮਾਰ ਰਹੇ ਸੀ ਉਹਦੀ, ਤੇ ਉਹਨੇ ਮੈਨੂੰ ਬੋਲਿਆ ਸਟੂਪਿਡ, ਬੇਸ਼ਰਮ, ਬਦਤਮੀਜ਼, ਇੱਦਾਂ ਕਰਕੇ, ਜੋ ਬਣਦਾ ਵੀ ਸੀ ਉਸ ਟਾਈਮ ਸੁਣਨਾ। ਜਸਟ ਟਰੂ, ਜੇ ਅੱਜ ਮੈਂ ਕਿਸੇ ਨੂੰ ਇੱਦਾਂ ਕਰਦੇ ਹੋਏ ਦੇਖਾਂ ਤਾਂ ਸ਼ਾਇਦ ਮੈਂ ਵੀ ਗਾਲਾਂ ਹੀ ਕੱਢੂੰਗਾ। ਪਰ ਉਸ ਤੋਂ ਬਾਅਦ ਕੀ ਹੋਇਆ, ਮੇਰਾ ਕਿਸੇ ਸ਼ਹਿਰ 'ਚ ਸ਼ੋਅ ਸੀ ਤੇ ਉਹ ਉਸੇ ਸ਼ਹਿਰ 'ਚ ਨੇ, ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਦੈਟ ਆਈ ਰੀਅਲੀ ਵਾਂਟ ਟੂ ਜੁਆਇਨ ਯੂ ਫॉर ਯੋਰ ਸ਼ੋਅ। ਤੇ ਉਹ ਸਾਡੇ ਸ਼ੋਅ 'ਤੇ ਆਏ, ਉਹਨਾਂ ਦਾ ਬਿਲਕੁਲ ਸਾਹਮਣੇ ਸੀ ਸਾਡੇ, ਔਰ
ਉਹ ਸ਼ੋਅ ਮੈਨੂੰ ਬਹੁਤ ਵਧੀਆ ਲੱਗਿਆ। ਚਲੋ Yes. everything is well when it ends ਉਸ ਤੋਂ ਬਾਅਦ well. ਮੈਂ ਆਪਣੇ ਸਾਰੇ ਦੋਸਤਾਂ ਨੂੰ, ਸਾਰੇ ਸਕੂਲ ਵਾਲਿਆਂ ਨੂੰ ਮੈਸੇਜ ਭੇਜਿਆ, ਸਟੋਰੀ ਬਣਾ ਕੇ ਭੇਜੀ ਲੱਭ ਹੋਣੀ ਹੈ ਕੇ। ਨਹੀਂ, ਸਟੋਰੀ ਨਹੀਂ ਬਣਾ ਕੇ ਭੇਜੀ, ਫਿਰ ਮੈਂ ਸਾਰਿਆਂ ਨੂੰ ਫੋਨ ਕਰ ਕਰਕੇ ਦੱਸਿਆ ਮੈਂ ਕਿ ਅੱਜ ਆਈ ਸੀ ਮੇਰੇ ਸ਼ੋਅ ਤੇ। ਜੇ ਤੁਸੀਂ ਉਹ ਕੁੜੀ ਵਾਲੀ ਮੈਂ ਕਹਿ ਰਹੀ ਹਾਂ, ਜੇ ਤੁਸੀਂ ਉਹਦਾ ਵਿਆਹ ਹੋ ਚੁੱਕਿਆ ਹੈ, ਬੱਚੇ ਵੀ ਹੈ। have a great life. Okay. So, okay, you know, Nazar Arvinder Khera, ਜੀ ਆਪਣੇ ਡਾਇਰੈਕਟਰ, ਮਲਟੀ ਟੈਲੈਂਟਡ, ਟੂ ਗੁੱਡ, ਉਹਨਾਂ ਨਾਲ ਤੁਹਾਡੀ ਨਾ ਜਿਹੜੀ ਮੀਟਿੰਗ ਸੀ ਫਸਟ, ਮੈਂ ਸੁਣਿਆ ਉਹ ਬਹੁਤ ਅਲੱਗ ਸੀ। ਹਾਂ ਜੀ, ਬਿਲਕੁਲ। Would you like to say something? ਬਿਲਕੁਲ, ਇੱਕ ਅਸੀਂ ਗਾਣਾ ਬਣਾਇਆ ਸੀਗਾ, ਮੈਂ ਤੇ ਮੇਰੇ ਮਤਲਬ ਮੈਂ ਗਾਣਾ ਮੈਂ ਬਣਾਇਆ ਸੀਗਾ ਔਰ ਮੈਂ ਤੇ ਮੇਰਾ ਇੱਕ ਦੋਸਤ ਸੀ। ਫਿਰ ਅਸੀਂ ਸੋਚਿਆ ਕਿ ਇਹ ਗਾਣਾ ਅੱਛਾ ਹੈ, ਇਹਦੀ ਵੀਡੀਓ ਬਣਾਉਂਦੇ ਹਾਂ। ਅਸੀਂ ਕਾਲਜ 'ਚ ਹੁੰਦੇ ਸੀ ਔਰ ਸਾਡੇ ਇੱਕ ਸੀਨੀਅਰ ਸੀਗੇ, ਉਹ ਖਹਿਰਾ ਭਾਈ ਨੂੰ ਜਾਣਦੇ ਸੀਗੇ। ਉਹ ਕਹਿੰਦੇ ਆਪਾਂ ਪੁੱਛ ਲੈਂਦੇ ਆ, ਮੇਰਾ ਦੋਸਤ ਹੈ, ਆ ਕੇ ਬਣਾ ਦੇਗਾ। ਠੀਕ ਹੈ, ਮੈਂ ਕਿਹਾ ਚਲੋ ਠੀਕ ਹੈ। ਤੋ ਅਸੀਂ ਫੋਨ ਕੀਤਾ ਉਹਨਾਂ ਨੂੰ, ਮੈਂ ਕਿਹਾ ਭਾਜੀ ਯਾਰ ਇੱਦਾਂ ਇੱਦਾਂ ਕਰਕੇ ਸਾਡਾ ਇੱਕ ਵੀਡੀਓ ਹੈ, ਅਸੀਂ ਗਾਣਾ ਭੇਜਿਆ। ਕਹਿੰਦੇ ਹਾਂ ਗਾਣਾ ਤੁਹਾਡਾ ਵਧੀਆ ਹੈ। ਮੈਂ ਕਿਹਾ ਭਾਜੀ ਕਿੰਨੇ ਕੁ ਪੈਸੇ? ਕਹਿੰਦੇ 5000 ਰੁਪਈਆ ਲੱਗੇਗਾ। ਔਰ ਸਾਡੇ ਕੋਲ ਉਹ ਵੀ ਨਹੀਂ ਸੀ। ਤੇ ਮੈਂ ਕਿਹਾ ਭਾਜੀ ਯਾਰ ਬਜਟ ਜ਼ਿਆਦਾ ਹੈ। ਤੇ ਉਸ ਤੋਂ ਬਾਅਦ ਫਿਰ ਸਾਨੂੰ ਲੱਗਿਆ ਕਿ ਨਹੀਂ, ਬੰਦੇ ਨੇ ਤਾਂ 5000 ਹੀ ਲੈਣਾ, ਇਦੋਂ ਘੱਟ 'ਚ ਸਾਡਾ ਕੰਮ ਹੋਣਾ ਨਹੀਂ। ਫਿਰ ਅਸੀਂ ਆਪ ਹੀ ਆਪਣਾ ਕੈਮਰਾ ਕੁਮਰਾ ਲੈ ਕੇ ਆਪਣੇ 2-3 ਦੋਸਤਾਂ ਨੇ ਵੀਡੀਓ ਬਣਾ ਲਿਆ ਉਹਦਾ। ਟਾਂਗਰੀ ਨਹਿਰ 'ਚ ਖੜ ਕੇ ਸਿੰਕ ਕਰ ਲਏ। ਤੇ ਮਤਲਬ ਬਹੁਤ ਫਨੀ ਜਿਹਾ ਵੀਡੀਓ ਬਣਾਇਆ। ਐਨੀਵੇਜ਼, ਸਟਾਰਟਿੰਗ ਸਾਰਿਆਂ ਦੀ ਇੱਦਾਂ ਹੁੰਦੀ ਹੈ। ਫਿਰ ਮੁੜ ਕੇ ਮੈਂ ਉਹਨਾਂ ਨੂੰ ਦੂਜਾ ਫੋਨ ਕੀਤਾ, ਉਦੋਂ ਤੱਕ ਉਹਨਾਂ ਦਾ ਬਜਟ ਸੀ ਲੱਖ ਰੁਪਈਆ ਤੇ ਆਪਣੇ ਕੋਲ ਉਦੋਂ ਉਹ ਵੀ ਨਹੀਂ। ਔਰ ਹੋ ਜੋ ਹੁਣ ਜੋ ਮੰਗਦੇ ਆ ਆਪਣੇ ਕੋਲੋਂ। But yes, I think did you ਆਪ ਤੁਸੀਂ ਤਾਂ ਕੀਤਾ ਨਹੀਂ, ਮੈਂ ਕੰਮ ਨਹੀਂ ਕੀਤਾ, ਪਰ ਮੇਰਾ ਪ੍ਰੇਮ ਪਿਆਰ ਉਹਨਾਂ ਨਾਲ ਬਹੁਤ ਜ਼ਿਆਦਾ। ਆਈ ਰੀਅਲੀ ਲਵ ਹਿਸ ਵਰਕ ਐਂਡ ਆਈ ਰੀਅਲੀ ਵਾਂਟ ਕਿ ਆਪਾਂ ਕਰਾਂਗੇ। ਮਤਲਬ ਮੈਂ ਮਜ਼ਾਕ ਕੀਤਾ ਕਿ ਇੱਦਾਂ ਉਹ ਬਿਜ਼ੀ ਇੰਨੇ ਹੁੰਦੇ ਆ, ਹੁਣ ਪੈਸਿਆਂ ਵਾਲੀ ਗੱਲ ਨਹੀਂ, ਹੁਣ ਉਹਨਾਂ ਦੀ ਗੱਲ ਬਿਜ਼ੀ ਵਾਲੀ ਹੋ ਗਈ। ਤੇ ਬਟ ਆਈ ਰੀਅਲੀ ਲਵ, ਮੈਨੂੰ ਬਹੁਤ ਵਧੀਆ ਲੱਗਦਾ ਕਿ ਅਸੀਂ ਤਦ ਦੇ ਜੁੜੇ ਹੋਏ ਹਾਂ। ਮੈਨੂੰ ਲੱਗਿਆ ਪਿੰਜਰਾ ਉਹਨਾਂ ਨੇ ਕੀਤਾ ਸੀ ਇਹ song। ਨਹੀਂ, ਪਿੰਜਰਾ ਟਰੂ ਮੇਕਰ ਨੇ ਕੀਤਾ ਸੀ। ਅੱਛਾ, ਹਾਂਜੀ। ਓਕੇ, ਨਾਈਸ। ਮੇਰੀ ਕਦ ਆਏਗੀ ਵਾਰੀ ਭੈਣ ਜੀ? ਨਹੀਂ, ਅੱਜ ਬਹੁਤ ਕੁਐਸਚਨ ਹੈ ਮੇਰੇ ਕੋਲ। ਸੋ ਮੈਂ ਨਾ ਕੁਝ ਨਾਂ ਦੱਸਦੀ ਹਾਂ ਆਪਣੀ ਇੰਡਸਟਰੀ ਦੇ ਵਿੱਚੋਂ, ਵੈਰੀ ਬਿਊਟੀਫੁਲ ਗਰਲਸ ਐਂਡ ਅਮੇਜ਼ਿੰਗ ਗਾਇਜ਼। ਓਕੇ। ਸੋ ਮੈਨੂੰ ਇਹ ਦੱਸੋ ਕਿ ਉਹਨਾਂ ਦੀ ਕਿਹੜੀ ਕੁਆਲਿਟੀ, ਇੱਕ ਵਨ ਲਾਈਨਰ ਸਿਰਫ, ਇਦਾਂ ਮਤਲਬ ਐਗਜ਼ੈਜਰੇਸ਼ਨ ਇਜ਼ ਵਨ ਲਾਈਨਰ, ਵੀ ਉਹਨਾਂ ਦੀ ਕਿਹੜੀ ਕੁਆਲਿਟੀ ਤੁਹਾਨੂੰ ਘੈਂਟ ਲੱਗਦੀ ਹੈ ਜਾਂ ਫਿਰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ? ਦ ਫਰਸਟ ਇਜ਼ ਮਿਲਨ ਕਾਬਾ, ਚੁਲਬੁਲਾ, ਸਮਾਈਲਿੰਗ। ਨਾਈਸ। ਐਂਡ ਦੈਨ ਵੀ ਹੈਵ ਰੱਬੀ ਸ਼ੇਰਗਿਲ। I just love his, you know, ਉਹਨਾਂ ਦਾ ਮਿਊਜ਼ਿਕ ਬਹੁਤ ਡਿਫਰੈਂਟ ਹੈ ਔਰ ਆਈ ਥਿੰਕ ਕਿ ਹੁਣ ਤੱਕ ਉਸ ਲੀਗ ਦੇ ਅੰਦਰ ਕੋਈ ਦੂਜਾ ਆਰਟਿਸਟ ਹੀ ਨਹੀਂ, ਐਂਡ ਹੀ ਇਜ਼ ਬੈਸਟ ਇਨ ਹਿਸ ਲੀਗ। ਐਂਡ ਦੂਜੀ ਚੀਜ਼ ਇਹ ਹੈ ਕਿ ਉਹ ਜੋ ਮੈਨੂੰ ਉਹਨਾਂ ਨਾਲ ਕਨੈਕਟ ਕਰਦੀ ਹੈ ਕਿ ਮੇਰਾ ਅੱਜ ਤੱਕ ਸਭ ਤੋਂ ਫੇਵਰੇਟ ਗਾਣਾ ਜੋ ਗਿਟਾਰ ਤੇ ਗਾਣ ਨੂੰ ਮੈਨੂੰ ਕਿਹਾ ਜਾਵੇ, ਦੈਟ ਇਜ਼ ਤੇਰੇ ਬਿਨ ਸਾਨੂੰ ਸੋਹਣਿਓ। ਤੇਰੇ ਬਿਨ ਸਾਨੂੰ ਸੋਹਣਿਆ। ਓਕੇ, ਆਈ ਥਿੰਕ ਹੀ ਇਜ਼ ਆਰ ਕਾਮਨ ਫਰੈਂਡ ਓਨਲੀ। ਓਕੇ। ਬਬਲ ਰਾਏ। ਆਈ ਲਵ ਹਿਮ। ਉਹਨਾਂ ਦੀ ਸਭ ਤੋਂ ਵਧੀਆ ਚੀਜ਼ ਉਹ ਮੈਨੂੰ ਵੀ ਲੱਗਦਾ ਹੁੰਦਾ ਕਿ ਮੈਂ ਉਹਨਾਂ ਨਾਲ ਕੁਝ ਵੀ ਐਜ਼ ਅ ਬ੍ਰਦਰ ਡਿਸਕਸ ਕਰਦਾ, ਹੀ ਇਜ਼ ਸੋ ਮੈਚਿਓਰ ਐਂਡ ਹੀ ਆਲਵੇਜ਼ ਗਿਵ ਯੂ ਅ ਮੈਚਿਓਰ ਫੀਡਬੈਕ। ਔਰ ਮਤਲਬ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਨਗੇ ਚੱਕਵੀਂ, ਨਹੀਂ ਉਹ ਇਹ ਕਰ ਦੋ ਦੇਖੀ ਜਾਏਗੀ ਇਹ ਉਹ ਨਾ, ਉਹ ਤੁਹਾਨੂੰ ਹਮੇਸ਼ਾ ਸਮਝਾਉਂਦੇ ਆ, ਮਤਲਬ ਸਿਆਣੇ 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 ਸਿਆਣੇ, ਸਾਡੇ 'ਚ ਵੱਡੇ ਤੇ ਸਿਆਣੇ। ਦਿਸ ਗਰਲ ਸ਼ਿਪਰਾ ਗੋਇਲ, ਆਈ ਜਸਟ ਲਵ ਹਰ ਵੌਇਸ। ਔਰ ਮੈਨੂੰ ਨਹੀਂ ਸੀ ਪਤਾ, ਮੈਂ ਫਰਸਟ ਟਾਈਮ ਬੰਬੇ ਜਦ ਉਹਨਾਂ ਦੇ ਘਰ ਗਿਆ, ਮੈਨੂੰ ਨਿਰਮਾਨ ਉਹਨਾਂ ਦੇ ਘਰ ਲੈ ਕੇ ਗਏ ਸੀਗੇ ਔਰ ਉਹਨਾਂ ਨੇ ਜੋ ਅੱਜ ਤੱਕ ਮੈਂ ਰੋਟੀ ਪੂਰੇ ਬੰਬੇ ਸ਼ਹਿਰ 'ਚ ਜੇ ਮੈਂ ਕਹਾਂ ਕਿ ਮੈਂ ਸਭ ਤੋਂ ਸਵਾਦ ਰੋਟੀ, ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਮੈਨੂੰ ਅੰਬ ਖਵਾਏ, ਮੈਂ ਅੰਬ ਤਾਂ ਜੋ ਮੈਂ ਉਹਨਾਂ ਦੇ ਘਰ ਖਾਦੇ ਹੈ ਉਹ ਮੈਂ ਪੂਰੀ ਧਰਤੀ ਤੇ ਨਹੀਂ, ਮਤਲਬ ਜਦ ਦਾ ਮੈਂ ਹੋਇਆ ਮੈਂ ਉਹ ਜਿਹਾ ਅੰਬ ਨਹੀਂ ਖਾਦਾ। ਤੇ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਸਾਰੇ ਜਾਓ ਉਹਨਾਂ ਦੇ ਘਰ ਅੰਬ ਖਾ ਕੇ ਆਓ, ਪਰ ਮਤਲਬ ਆਈ ਲਵ ਹਰ ਵੌਇਸ ਐਂਡ ਦ ਵੇ ਉਹਨਾਂ ਨੇ ਮੈਨੂੰ ਰੋਟੀ ਪਾਣੀ ਖਵਾਈ, ਉਹਨਾਂ ਨੂੰ ਪੁੰਨ ਲੱਗਿਆ। ਗਾਣੇ ਬਹੁਤ ਚੱਲ ਰਹੇ ਉਹਨਾਂ ਦੇ, ਸ਼ੀ ਇਜ਼ ਵੈਰੀ, ਔਰ ਹਜੇ ਵੀ ਮੈਂ ਮਿਲਦਾ ਰਹਿਣਾ। ਸ਼ੀ ਇਜ਼ ਵੈਰੀ ਸਵੀਟ। Yeah, she's very sweet, welcoming. Okay, so we are good here. ਯਾਰ ਗਾਣੇ ਤਾਂ ਤੁਸੀਂ ਬਹੁਤ ਵਧੀਆ ਲਾਈਕ ਓ ਮਾਈ ਗॉड, ਮੈਂ ਸੀਰੀਅਸਲੀ ਕਹਿ ਰਹੀ ਹਾਂ, ਮੈਂ ਗੱਡੀ 'ਚ ਆ ਵੀ ਰਹੀ ਸੀ, ਉਦੋਂ ਵੀ
ਮੈਂ ਨਜ਼ਰ ਦਾ ਗਾਣਾ ਸੁਣ ਰਹੀ ਸੀਗੀ ਆਵਾਜ਼ no I'm serious ਆਵਾਜ਼ ਸੁਣ ਰਹੀ ਸੀਗੀ ਜਿਹੜਾ ਤੁਸੀਂ ਕ੍ਰਾਸ ਬਲੇਡ ਲਾਈਵ ਲਈ ਕੀਤਾ ਹੈ ਜੀ। and I listened to that song trust me a lot ਨਹੀਂ ਥੈਂਕ ਯੂ ਸੋ ਮਚ and ਥੈਂਕ I ਯੂ really ਇਹ ਮੈਨੂੰ ਸੁਣ ਕੇ ਖੁਸ਼ੀ ਹੋਈ ਹੈ ਕਿ ਸਾਰਾ ਗੁਰਪਾਲ ਜੀ ਮੇਰੇ ਗਾਣੇ ਸੁਣਦੇ ਨੇ I do and I really want you to sing that for us की दिन की दोपहर की शाम की रात की हर वेले तेरी गल्लां हत्थ पैर मेरे कंबदे दोनों नाल तेरे जद चल्लां की दिन की दोपहर की शाम की रात की हर वेले तेरी गल्लां हत्थ पैर मेरे कंबदे दोनों नाल तेरे जद चल्लां हत्थ पैर मेरे कंबदे दोनों मैनू हत्थ लाया ਜਦੋਂ ਪਿਆਰ ਨਾਲ ਤੂੰ ਕੰਬਾ ਲੂੰ ਸੀ ਸਜਣਾ ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ yay I love ਇਹ ਗਾਣਾ ਲਿਖਿਆ ਹੀ ਬਹੁਤ ਸੋਹਣਾ ਹੋਇਆ ਕਿ ਜਦ ਤੁਸੀਂ ਗਾਉਂਦੇ ਹੋ ਤਾਂ ਦਿਲੋਂ ਨਿਕਲਦਾ ਹੈ ਹੈਟਸ ਆਫ ਟੂ ਜਾਨੀ ਵੀਰਾ ਆਈ ਰੀਅਲੀ ਲਵ ਹਿਸ ਵਰਕ yes he is too good okay so guys ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਨਜ਼ਰ ਬਹੁਤ ਸੋਹਣਾ ਲਿਖਦੇ ਆ ਬਹੁਤ ਸੋਹਣੇ ਗਾਣੇ ਲਿਖੇ ਆ ਸ਼ਾਇਰੀ ਵੀ ਲਿਖਦੇ ਆ ਮੇਰਾ ਤੇ ਗੁਰਨਜ਼ਰ ਦਾ ਇੱਕ ਗਾਣਾ ਸੀ ਤਬਾ ਐਂਡ ਆਈ ਲਵ ਦੈਟ Song ਕੰਪਲੀਟਲੀ ਵੀਡੀਓ ਬਹੁਤ ਵਧੀਆ ਸੀ ਐਂਡ ਉਹ ਗਾਣਾ ਬਹੁਤ ਸੋਹਣਾ ਲਿਖਿਆ ਹੋਇਆ ਔਰ ਸੀ ਤੁਸੀਂ ਉਹ ਚ ਬਹੁਤ ਸੋਹਣਾ ਐਕਟ ਕੀਤਾ Thank you, ਸੀਗਾ ਔਰ ਉਹ ਗਾਣਾ ਸੀ ਸ਼ੂਟ ਕੀਤਾ ਸੀ ਲੋਕਡਾਊਨ ਚ ਹਾਂ ਉਹ ਲੋਕਡਾਊਨ ਚ ਸ਼ੂਟ ਕੀਤਾ ਲੋਕਡਾਊਨ ਸ਼ੂਟ ਕੀਤਾ ਸੀ ਤਾਂ ਵਿਦ ਵੈਰੀ ਮਿਨੀਮਮ ਰਿਸੋਰਸਸ ਬਟ ਇਟ ਕੇਮ ਆਊਟ ਵੈਲ ਐਂਡ ਆਈ ਰੀਅਲੀ ਲਵ ਮੈਨੂੰ ਵੀ ਗਾਣਾ ਬਹੁਤ ਪਸੰਦ ਪਰਸਨਲੀ ਹੈ ਆਈ ਲਵ ਦੈਟ Song one ਉਹ of ਮੈਂ ਸ਼ਾਇਰੀ ਬਣਾਈ ਸੀਗੀ ਪਹਿਲਾਂ ਤੇ ਉਹ ਸ਼ਾਇਰੀ ਬਣਾਉਣ ਤੋਂ ਬਾਅਦ ਉਹਦਾ ਗਾਣਾ ਬਣਿਆ ਉਹਦੀ ਇੱਕ ਲਾਈਨ ਸੀਗੀ ਮੈਂ ਚਲੋ ਜਿਹਨੇ ਨਹੀਂ ਸੁਣਿਆ ਉਹਨਾਂ ਸਾਰਿਆਂ ਨੂੰ ਸੁਣਾਉਣਾ ਚਾਹੀਦਾ ਸਾਨੂੰ ਕਿ ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਹੋ ਕੇ ਆਇਆ ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਹੋ ਕੇ ਆਇਆ ਇਸ਼ਕ ਨਾ ਕਰਿਓ ਮੈਂ ਤਬਾਹ ਹੋ ਕੇ ਆਇਆ ਮੈਂ ਉਹਨੂੰ ਭੁੱਲ ਜਾ ਕਿਸੇ ਤਰੀਕੇ ਅੱਜ ਦਰਗਾਹ ਹੋ ਕੇ ਆਇਆ इश्क ना करियो मैं तबाह हो के आया oh my god I love this करके दिल का सौदा जी नुकसान हो गए इश्क करके नजर जी बदनाम हो गए मैनू मन के दिल दा हिस्सा बन गया एक किस्सा मैं लोकां लई कहानी जो वाह वाह हो के आया इश्क ना करियो मैं तबाह हो के आया I love this in fact ਮੇਰੇ ਬਹੁਤ ਸਾਰੇ friends ਹੈ ਜਿਹੜੇ ਮੇਰੇ music videos ਨੂੰ follow ਕਰਦੇ ਆ ਜੀ and they always say ਕਿ this is one of the best ਆ ਗਾਣਾ ਅੱਛਾ ਸੀ ਵੀਡੀਓ ਮੈਨੂੰ ਲੱਗਦਾ ਕਿ ਸ਼ਾਇਦ ਜਦੋਂ ਲੋਕਡਾਊਨ ਨਾ ਹੁੰਦਾ ਤਾਂ ਸ਼ਾਇਦ ਅਸੀਂ ਉਹਨੂੰ ਹੋਰ ਵਧੀਆ ਕਰਦੇ ਬਟ देयर इज ऑलवेज स्कोप ऑफ ਇੰਪਰੂਵਮੈਂਟ ਬਟ ਆਈ ਥਿੰਕ ਇਫ ਮਿਊਜ਼ਿਕ ਜੇ ਕੋਈ ਮਿਊਜ਼ਿਕ ਸੁਣੇ ਤਾਂ ਉਹਨੂੰ ਮਿਊਜ਼ਿਕ ਕਰਕੇ ਸੁਣੇ ਤੁਸੀਂ ਗਾਣਾ ਜ਼ਰੂਰ ਸੁਣਿਓ ਜੇ ਨਹੀਂ ਸੁਣਿਆ ਬਹੁਤ ਸੋਹਣਾ ਗਾਣਾ ਹੈ ਡੂ ਵਾਚ ਇਟ ਓਕੇ ਆਈ ਥਿੰਕ ਆਈ ਐਮ ਡਨ ਮੇਰੇ ਸਾਰੇ ਕੁਐਸਚਨਸ ਦੇ ਨਾਲ ਇਹ ਸਾਰੇ ਇੱਕੋ ਵਾਰੀ ਚ ਪੁੱਛ ਲੈ ਤੁਸੀਂ ਐਵੇਂ ਹੀ ਫਿਰ ਬਹੁਤ ਤੇਜ਼ ਹੋ ਤੁਮ ਸਾਰਾ ਗੁਰਬਾਲ yeah so I am done with my questions ओके सुरीली सुर चाहिए सी I am करिए ਤੇ ਹੁਣ ਨਜ਼ਰ ਵਾਰੀ ਹੈ ਤੁਹਾਡੇ ਸਵਾਲਾਂ ਦੀ सारा गुरपाल रेडी yes वैसे मैं तो अलावा बहुत चीज़ें I पूछनी है know थोड़े बट लेट्स स्टार्ट विद द फर्स्ट और जो मैनू लगदा कि ਪੁੱਛਣਾ ਚਾਹੀਦਾ ਵੀ ਹੈ ਕਿਉਂਕਿ ਇਹਦੀ ਵਜ੍ਹਾ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਬਚਪਨ 'ਚ ਤੁਹਾਨੂੰ ਪਹਿਲਾਂ ਸੁਣਨ 'ਚ ਆਇਆ ਕਿ ਡਾਂਸ ਦਾ ਸ਼ੌਕ ਸੀ ਔਰ ਫਿਰ ਤੁਸੀਂ ਇੰਜੀਨੀਅਰਿੰਗ ਕੀਤੀ ਜੋ ਤੁਸੀਂ ਬਾਅਦ 'ਚ ਛੱਡਤੀ ਫਿਰ ਤੁਸੀਂ ਫੈਸ਼ਨ 'ਚ ਆਏ ਔਰ ਫਿਰ ਤੁਸੀਂ ਫੈਸ਼ਨ ਤੋਂ ਬਾਅਦ ਐਕਟਿੰਗ ਸਿੰਗਿੰਗ ਔਰ ਉਸ ਤੋਂ ਬਾਅਦ ਇੰਨਾ ਕਨਫਿਊਜ਼ਿੰਗ ਸਫਰ मतलब वाई इन्नियाँ सारियाँ चीज़ां आई नो बचपन च थोड़ा चंचल मन होता है ये भी करना है वो भी करना है बट ये थोड़ा सफ़र कितना रहा टू बी ऑनेस्ट मैं सब कुछ बनना चाहती सी मैं डॉक्टर भी बनना सी मैं साइंटिस्ट भी बनना सी पायलट भी मैं पायलट भी बनना सी ਜਿਹੜੀ ਚੀਜ਼ ਐਦਾਂ ਹੁੰਦੀ ਸੀ ਨਾ ਕਿ ਇਸ ਟਾਈਮ ਬੜੀ ਹਾਈਲਾਈਟਡ ਆ ਸਕੂਲ ਚ ਪੁੱਛ ਲੈਣਾ ਕੀ बनना एस्ट्रोनॉट कोई चीज होती थी उस टाइम मैं कभी एस्ट्रोनॉट बनूंगी ठीक है फिर भगवान ने मुझे एक्टर बना दिया so that I can be everything हाँ that is the thing this is beautiful answer yeah so ਬਾਬਾ ਜੀ ਕਹਿੰਦੇ ਚੱਲ ਤੂਨੇ ਸਭ ਬੰਨਾ ਹੈ ਚੱਲ ਬਣ ਜਾ ਜੇ ਕਮਲੀ ਦਾ ਕੋਈ ਰੋਲ ਹੋਵੇ ਤਾਂ ਉਹ ਹੀ ਕਰਨਗੇ I'm like ਹੁਣ ਮੈਂ ਕੁਝ ਵੀ ਹੁਣ ਤੁਹਾਨੂੰ ਪਤਾ ਆਪਾਂ ਇੱਕ ਸ਼ੋਅ ਵੀ ਕੀਤਾ ਸੀਗਾ ਜਿਹਦੇ ਵਿੱਚ ਆਪਾਂ ਆਰਜੀਬੀ ਬਣੇ ਸੀ ਹਾਂਜੀ ਉਹ ਰਿਮੈਂਬਰ ਯੈਸ तो I always wanted to be everything and that ਉਹ ਕਿਉਂ ਹੋਇਆ ਮੇਰੇ ਨਾਲ ਕਿਉਂਕਿ ਮੈਂ ਐਕਟਰ ਸੀ ਕਿਉਂਕਿ ਮੈਂ ਸਿੰਗਰ ਰੱਬ ਨੇ ਫਿਰ ਤੁਹਾਡੀ ਬਹੁਤ ਦਿਲੋਂ ਸੁਣੀ ਹੈ ਨਾ ਕਿ ਇਸ ਕੁੜੀ love ਨੂੰ you, ਡਾਕਟਰ ਵੀ ਬਣਾ ਦਿਓ ਪਾਇਲਟ ਵੀ ਬਣਾ ਦਿਓ ਸਭ ਕੁਝ ਕਰਾ ਦਿਓ ਇਹਨੂੰ ਐਕਟਿੰਗ 'ਚ ਪਾਓ ਯੂ نو ਵਾਟ ਇੱਕ ਵਾਰੀ ਨਾ ਨੈਸ਼ਨਲ ਚੈਨਲ ਤੇ ਨਾ ਕੋਈ ਡਾਂਸ ਪ੍ਰੋਗਰਾਮ ਸੀਗਾ ਮੈਨੂੰ ਡਾਂਸ ਦਾ ਇੰਨਾ ਜ਼ਿਆਦਾ ਸ਼ੌਂਕ ਸੀ ਠੀਕ ਆ ਮੈਂ ਉੱਥੇ ਡੈਡੀ ਨੂੰ ਕਿਹਾ ਮੈਂ ਕਿਹਾ ਡੈਡੀ ਮੈਂ ਜਾਣਾ ਹੈ
ਸਵੇਰੇ 4 ਵਜੇ ਦੀ ਬੱਸ ਸੀਗੀ ਤੇ ਜਾਣਾ ਸੀ ਦਿੱਲੀ। ਤੇ ਹੁਣ ਛੋਟੀ ਜਿਹੀ ਸੀ ਵਿੱਚ ਪਾਪਾ ਐਵੇਂ ਸੌਣ ਲੱਗੇ ਸੀ, ਕਹਿੰਦੇ ਹਾਂ ਸੁਬਹ ਚਲੀ ਜਾਈਓ। ਮੈਂ ਤਾਂ ਸਵੇਰੇ ਉੱਠ ਗਈ ਬੈਗ ਵੂਗ ਪੈਕ ਕਰਕੇ, ਮੈਂ ਕਿਹਾ ਪਾਪਾ ਚੱਲੀ ਜਾ ਰਹੇ ਹੋ ਛੋੜ ਕੇ ਆਓ। ਕਹਾਂ ਜਾ ਰਹੇ ਹੋ? ਮੈਂ ਦਿੱਲੀ जाना है, मेरे तो ਤੁਸੀਂ रिश्तेदार। ਆਖਿਆ ਸੀ ਕਿ ਜਾਓ तो ਚਲੇ चुप कर सोया। वो दिन है और आज का दिन है, मैं डांस भूल गई। ਨਹੀਂ ਤੁਸੀਂ ਹੁਣ ਤਾਂ ਕਰ ਸਕਦੇ ਹੋ, ਵਾਈ कर ਵਾਈ तो ਡੋਨਟ सकती ਯੂ है ਡੂ? बट आई कैन नॉट बी देयर इन द कंपटीशन। मैं की ਤੇ ਕੰਪੀਟੀਸ਼ਨ ਜਾ ਕੇ ਹੁਣ ਕੰਪੀਟੀਸ਼ਨ ਵਾਲੀ ਯੂ ਮੈਂ- but ਮੈਂ ਹੈਵ ਯੂਰ ਓਨ ਨਾਓ ਤੁਸੀਂ ਆਪਣੇ ਲੈਵਲ ਤੇ ਇੰਨੇ ਵਧੀਆ ਹੋ ਕਿ ਤੁਸੀਂ ਡਾਂਸ ਕਰਕੇ ਪਾਓ, ਐਂਡ ਆਈ ਥਿੰਕ ਕਿ ਕਿੰਨੇ ਲੋਕਾਂ ਨੂੰ ਤੁਸੀਂ ਮੋਟੀਵੇਟ ਕਰੋਗੇ। पता मैं ये चीज डैडी ਨੂੰ ਦੱਸਣਾ ਚਾਹੁੰਦੀ ਆ, ਮੇਰੇ ਡੈਡੀ ਨੂੰ ਨਹੀਂ ਅੰਕਲ ਪਤਾ। ਚਲੋ ਮੈਂ ਕਹਿ ਦੇਣਾ, ਅੰਕਲ ਤੁਸੀਂ ਪਲੀਜ਼ ਇਹਨਾਂ नहीं ਨੂੰ ਡਾਂਸ नहीं नजर लिसन। ਨਹੀਂ ਅੰਕਲ ਸੌਰੀ ਅੰਕਲ ਮੈਂ ਚਲੀ ਗਈ ਸੀਗੀ ਡੈਡੀ, ਮੈਂ ਚਲੀ ਗਈ ਸੀਗੀ। ਉਸ ਤੋਂ ਬਾਅਦ ਮੈਂ ਜਦੋਂ ਚੰਡੀਗੜ੍ਹ ਦਾ ਕਹਿ ਕੇ ਗਈ ਸੀਗੀ ਤੇ ਚੰਡੀਗੜ੍ਹ ਨਹੀਂ ਗਈ ਸੀਗੀ, ਮੈਂ ਦਿੱਲੀ ਆਡੀਸ਼ਨ ਤੇ ਗਈ ਸੀ ਤੇ ਉੱਥੇ ਕੜਕੜਾ ਕੇ ਕਨਫੈਸ਼ਨ ਹੋ ਰਿਹਾ ਅੱਜ। ਰਾਉਂਡ ਚ ਕੱਟਤਾ ਸੀ, ਫਿਰ ਮੈਂ ਹੋ ਗਿਆ, ਮੈਂ ਕਿਹਾ ਸੁਰੀਲੀ ਚਲੋ। ਸੁਣਿਆ? ਆਈ ਐਮ ਸੀਰੀਅਸ। ਅਗਲੀ ਝੂਠ ਮੰਨ ਗਈ ਸ਼ੋਅ ਤੇ ਆ ਕੇ। ਚਲੋ ਓਕੇ, ਅਗਲੇ ਸਵਾਲ ਤੇ ਆਨੇ ਆ। ਇੰਨਾ ਟੈਲੈਂਟਡ ਹੋਣ ਦੇ ਬਾਵਜੂਦ ਸਾਰਾ ਘਰ ਦੇ ਕਿਹੜੇ ਇਹੋ ਜਿਹੇ ਕੰਮਾਂ 'ਚ ਮਾਹਿਰ ਹੈ ਜਿਹਨੂੰ ਦੇਖ ਕੇ ਤੁਹਾਡੀ ਮਮ ਨੂੰ ਹੀ ਲੱਗਦਾ ਵਾਹ ਯਾਰ ਕਿਆ ਕੁੜੀ ਪੈਦਾ ਕੀਤੀ ਅਸੀਂ? ਮੈਂ ਬਹੁਤ ਵਧੀਆ ਰੋਟੀ ਪਾਣੀ ਬਣਾਉਂਦੀ ਆ, ਪਾਸਤਾ ਪੂਸਤਾ ਤਾਂ ਚਲ ਬਣਾ ਹੀ ਲੈਂਦਾ ਬੰਦਾ। ਮੈਂ ਬੇਕ ਬਹੁਤ ਵਧੀਆ ਕਰਦੀ ਆ, ਜੋ ਘਰ ਦੇ ਪੋਚੇ ਮੈਂ ਬਹੁਤ ਸੋਹਣੇ ਲਾਉਂਦੀ ਆ ਕਿਉਂਕਿ ਮੈਨੂੰ ਪੋਚੇ ਲਾਉਣ ਦਾ ਬਹੁਤ ਸ਼ੌਂਕ ਹੈ, ਉਹਦੇ ਨਾਲ ਨਾ ਐਬਸ ਦੀ ਐਕਸਰਸਾਈਜ਼ ਹੁੰਦੀ ਹੈ। ਤਾਂ ਵੀ ਮੰਮੀ ਨੂੰ ਬਹੁਤ ਵਧੀਆ ਲੱਗਦਾ ਹੈ। ਪੋਚੇ ਲਾ ਕੇ ਮੈਂ ਸਪੈਸ਼ਲ ਝਾੜੂ ਉੱਤੋਂ ਦੀ ਕੱਢਦੀ ਆ ਵੀ ਕੋਈ ਵੀ ਚੀਜ਼ ਜੇ ਰਹਿ ਜਾਵੇ। ਪੋਚੇ ਤੋਂ ਬਾਅਦ ਝਾੜੂ? ਪਹਿਲਾਂ ਇੱਕ ਝਾੜੂ, ਫਿਰ ਪੋਚੇ ਤੋਂ ਬਾਅਦ ਵੀ ਝਾੜੂ। ਇਹ ਮੇਰਾ ਸਪੈਸ਼ਲ ਟੈਲੈਂਟ ਹੈ। ਨਹੀਂ ਇਹ ਕੋਈ ਸਪੈਸ਼ਲ ਟੈਲੈਂਟ ਨਹੀਂ ਹੈ। ਇਹ ਤੁਸੀਂ ਆਪਦੇ ਘਰ ਚ ਕਰਕੇ ਵੀ ਵੇਖਿਓ, ਤੁਹਾਨੂੰ ਆਪ ਪਤਾ ਲੱਗੂਗਾ ਸਫਾਈ ਡਬਲ ਲੱਗਦੀ ਹੈ। ਮੈਂ ਬਹੁਤ ਵਧੀਆ ਸਫਾਈ ਕਰਦਾ ਔਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਮੈਂ ਤੁਹਾਡੇ ਤੋਂ ਵੀ ਵਧੀਆ ਕਰਦਾ, ਕਿਉਂਕਿ ਪੂਰੇ ਲੋਕਡਾਊਨ ਦੇ ਅੰਦਰ ਕਿਉਂਕਿ ਪੂਰੇ ਲੋਕਡਾਊਨ ਦੇ ਅੰਦਰ ਮੈਂ ਸਫਾਈ ਕੀਤੀ ਹੈ। ਮੈਂ ਝਾੜੂ ਇੱਕ ਵਾਰ ਮਾਰਦਾ, ਮੈਂ ਪੋਚੇ ਮਾਰਦਾ ਸੀ 2 ਵਾਰੀ। ਤੇ ਮੇਰੇ ਫਲੈਟ ਨੂੰ ਮੈਨੂੰ ਪਤਾ ਲੱਗਿਆ ਕਿ ਫਲੈਟ ਪੂਰਾ ਚੰਗੀ ਤਰ੍ਹਾਂ ਚਮਕਾਉਣ ਲਈ 3 ਘੰਟੇ ਲੱਗਦੇ ਸੀਗੇ। 3 ਘੰਟੇ ਔਰ ਪੋਚਾ ਮਾਰਨ ਤੋਂ ਬਾਅਦ ਮੈਂ ਹੱਥ ਮਾਰ ਕੇ ਜੋ ਬਚਿਆ ਹੋਇਆ ਹੁੰਦਾ एडिंग ये ऐड हो रहा है गुरनजर की वेडिंग प्रोफाइल और में। ਇਹਦੇ ਚ ਕੋਈ ਨਹੀਂ ਵੈਡਿੰਗ ਵੁਡਿੰਗ ਤਾਂ आंटी ਨਹੀਂ ਵੈਡਿੰਗ ਵੁਡਿੰਗ। थैंक यू आंटी, थैंक यू। ਪਰ ਮੈਨੂੰ ਇਹ ਲੱਗਦਾ ਬੰਦੇ ਨੂੰ ਸਾਰੇ ਕੰਮ ਆਣੇ ਚਾਹੀਦੇ ਹੈ। ਸੁਰੀਲੀ ਕਿਉਂ ਆਣੇ ਚਾਹੀਦੇ? सुरीली इज लाइक ਸੁਰੀਲੀ ਬੋਲਦੀ ਹੈ, ਸੁਰੀਲੀ ਨੂੰ ਕੁਝ ਨਹੀਂ ਆਉਂਦਾ। ਤੁਸੀਂ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਤੁਹਾਡੀ ਹਾਈਟ ਕਰਕੇ ਤੁਸੀਂ ਕਈ ਬਿਊਟੀ ਪੇਜੈਂਟਸ ਜੋ ਹੈ ਫੈਮਨਾ ਕੰਪੀਟੀਸ਼ਨਸ 'ਚ ਪਾਰਟ ਨਹੀਂ ਲੈ ਸਕੇ। ਉਸ ਵੇਲੇ ਕਿਵੇਂ ਦਾ ਮਹਿਸੂਸ ਹੁੰਦਾ ਸੀ? ਤੁਹਾਨੂੰ ਲੱਗਦਾ ਸੀ ਮੇਰੀ ਹਾਈਟ ਗੁਰਨਜ਼ਰ ਵਰਗੀ ਹੋਣੀ ओह ਚਾਹੀਦੀ ਹੈ यस गुरनजर। ਕਿ ਗੁਰਨਜ਼ਰ ਤੋਂ ਘੱਟ ਹੋਣੀ ਚਾਹੀਦੀ ਹੈ? ਨਹੀਂ ਯਾਰ ਹਾਈਟ ਤਾਂ ਇੰਨੀ ਹੋਣੀ ਚਾਹੀਦੀ ਹੈ। ਦੇਖੋ ਹਾਂ ਮੁੰਡਿਆਂ ਦੀ ਹਾਈਟ ਨਹੀਂ ਵਧੀਆ ਲੱਗਦੀ ਹੈ, ਮਤਲਬ ਪਰਸਨਲ ਓਪੀਨੀਅਨ ਆ। ਦੂਜੀ ਗੱਲ ਮੇਰੀ ਹਾਈਟ ਹੈਗੀ ਆ 5'4.5", ਜੋ ਕਿ ਸ਼ਾਇਦ ਹੁਣ ਅੱਧੀ ਕੰਜ ਹੁਣ ਵਧੀ ਹੋਈ ਹੈ। ਪਹਿਲਾਂ ਤਾਂ 5'4" ਹੀ ਸੀਗੀ ਜਦੋਂ ਮਿਸ ਬਾਕੀ ਤੁਸੀਂ ਉੱਚੇ ਬੂਟ ਪਾ ਕੇ 5.5 ਯਾਰ ਕਰ ਲੈਂਦੇ ਹੋ। ਬਟ ਨਜ਼ਰ ਉਹ ਵੇਖੋ ਨਾ, ਉੱਤੇ 5-7 5-8 ਕੁੜੀਆਂ ਉਹ ਉੱਚੇ ਬੂਟ ਪਾ ਲੈਣ ਤਾਂ ਮੈਂ ਕਿੱਥੇ ਜਾਊਂਗੀ? ਸੋ ਬੇਸਿਕਲੀ ਮਿਸ ਇੰਡੀਆ, ਫੈਨ ਆਫ ਮਿਸ ਇੰਡੀਆ, ਮੈਂ ਬਹੁਤ ਦਿਲੋਂ ਚਾਹੁੰਦੀ ਸੀ ਕਿ ਮੈਂ ਉਹਦੇ ਵਿੱਚ ਪਾਰਟਿਸਿਪੇਟ ਕਰਾਂ, ਬਟ ਉਹਨਾਂ ਨੇ ਕਿਹਾ ਨਹੀਂ ਜੀ ਹਾਈਟ ਨਹੀਂ ਹੈ। ਫਿਰ ਇੱਕ ਹੋਰ ਰੀਜਨਲ ਸ਼ੋਅ ਸੀਗਾ ਜਿਹਦੇ ਵਿੱਚ ਪੰਜਾਬ ਤੋਂ ਹੀ ਸੀਗਾ, ਪੰਜਾਬ ਤੋਂ ਜਾਣਾ ਸੀ। ਆਈ ਰਿਮੈਂਬਰ ਮੈਂ ਥੱਲੇ ਹੀਲ ਦੇ ਥੱਲੇ ਥਾਮਾਕੋਲ ਪਾ ਲਿਆ ਸੀ। ਆਈ ਐਮ ਨਾਟ ਕਿਡਿੰਗ, ਮੈਂ ਇੰਨੀ ਜ਼ਿਆਦਾ ਇਨਟੂ ਸੀਗੀ ਕਿ ਮੈਂ ਕਰਨਾ ਹੀ ਕਰਨਾ ਹੈ। ਬਟ ਅਨਫੋਰਚੂਨੇਟਲੀ ਉਹਨਾਂ ਨੇ ਮੈਨੂੰ ਬਾਹਰ ਕੱਢਤਾ ਸੀ। ਉਹਨਾਂ ਨੂੰ ਥਰਮੋਕੋਲ ਲੱਭ ਗਿਆ। ਸੱਚੀ ਲੱਭ ਗਿਆ ਸੀ, ਬਹੁਤ ਬੇਇੱਜ਼ਤੀ ਹੋਈ ਸੀ। ਐਨੀਵੇ ਉਹ ਜਰਾਬ ਪਾ ਕੇ ਸੂਟ ਪਾਇਆ ਹੋਇਆ ਸੀ ਜਰਾਬ ਤੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਸੀ ਤੇ ਬਹੁਤ ਬੁਰਾ ਲੱਗਿਆ ਸੀ ਤੇ ਬਹੁਤ ਜ਼ਿਆਦਾ ਬੁਰਾ ਲੱਗਦਾ ਸੀ। ਫਿਰ ਇੱਕ दिन मेरी जिंदगी में एक मेरी जिंदगी में एलिट मिस इंडिया आया और उन्होंने हाइट क्राइटेरिया नीचे कर दिया और वहाँ मैं चली गई। वहाँ पे मुझे टॉप उत्थे मैं सी टॉप 15 ਦੇ ਵਿੱਚ ਤੇ ਮੈਨੂੰ ਮਿਸ ਪਰਸਨੈਲਿਟੀ ਟਾਈਟਲ ਮਿਲ ਗਿਆ। ਐਂਡ ਬਾय द ग्रेस ऑफ गॉड एंड बाय द ग्रेस ऑफ ਜਿਹੜੇ ਵੀ ਮੈਨੂੰ ਇਸ ਟਾਈਮ ਸੁਣ ਰਿਹਾ, ਐਮ ਬਿਕਾਜ਼ ਆਫ them ਅੱਜ ਮੈਂ ਫੈਮਨਾ ਮਿਸ ਇੰਡੀਆ ਦੀ ਜੂਰੀ ਚ ਹਾਂ। ਆਈ ਸਿਲੈਕਟ ਦੋਜ਼ ਗਰਲਸ। ਆਈ ਐਮ ਵੈਰੀ ਗ੍ਰੇਟਫੁਲ। ਮਤਲਬ ਹੁਣ ਮੈਂ ਜੂਰੀ ਵੈਰੀ ਦਿਸ ਇਜ਼ ਅ ਬਿਗ ਅਚੀਵਮੈਂਟ ਔਰ ਆਈ ਥਿੰਕ ਇਨਸਪੀਰੇਸ਼ਨਲ ਗੱਲ ਹੋਣੀ ਕਈ ਲੋਕਾਂ ਲਈ। ਯਾ ਮਤਲਬ ਮੈਨੂੰ ਇਦਾਂ ਸੀਗਾ ਕਿ ਜੇ ਮੈਂ ਇਦਾਂ ਨਹੀਂ ਕਰ ਸਕਦੀ ਤਾਂ ਮੈਂ ਉਦਾਂ ਕਰ ਸਕਦੀ। ਸੋ ਨੈਵਰ ਗਿਵ ਅਪ ਹਾਂ ਔਨ ਐਨੀਥਿੰਗ। ਅਸੀਂ ਹੁਣ ਇਸ ਇੰਟਰਵਿਊ ਤੋਂ ਪਹਿਲੇ ਵੀ ਜਦ ਅਸੀਂ ਖਾ ਰਹੇ ਸੀ ਦੋਵੇਂ ਤੇ ਵੀ ਜਸਟ ਡਿਸਕਸਡ ਇਸ ਗੱਲ ਨੂੰ। ਮੈਂ ਆਖਿਆ ਕਿ ਮੈਂ ਇਹ ਕਰਨਾ, ਮੈਂ ਉਹ ਕਰਨਾ। ਜਦ ਤੁਸੀਂ ਉਸ ਚੀਜ਼ ਨੂੰ ਸੋਚਦੇ ਹੋ, ਤੁਸੀਂ ਉਸ ਚੀਜ਼ ਨੂੰ ਬਾਰ-ਬਾਰ ਆਪਣੇ ਮੂੰਹੋਂ ਕੱਢਦੇ ਹੋ ਨਾ, ਆਈ ਥਿੰਕ ਕਿ ਐਨਰਜੀਜ਼ ਵਰਕ ਕਰਦੀਆਂ ਤਾਂ ਔਰ ਤੁਸੀਂ ਉਹ ਚੀਜ਼ ਹਮੇਸ਼ਾ ਅਚੀਵ ਕਰਦੇ ਹੋ। ਸੋ ਆਲਵੇਜ਼ ਕੀਪ ਥਿੰਕਿੰਗ ਗੁੱਡ। ਨੈਗੇਟਿਵ ਥਾਟਸ ਹੋਣੇ ਹੀ ਨਹੀਂ ਚਾਹੀਦੇ ਤੁਹਾਡੇ ਮਾਈਂਡ 'ਚ। ਔਰ
ਨੈਗੇਟਿਵ ਥਾਟਸ ਜ਼ਰੂਰ ਆਉਂਦੇ ਉਸ ਸਫ਼ਰ 'ਚ, ਕਿਉਂਕਿ ਸਫ਼ਰ ਹਮੇਸ਼ਾ ਹਰ ਚੀਜ਼ ਦਾ ਮੁਸ਼ਕਿਲ ਹੁੰਦਾ, ਸੌਖਾ Exactly. ਕੁਝ ਨਹੀਂ ਹੁੰਦਾ। ਸੋ ਕੀਪ ਥਿੰਕਿੰਗ ਗੁੱਡ ਥਿੰਗਸ ਔਰ ਮਿਹਨਤ ਕਰਦੇ ਰਹੋ। And ਜਦੋਂ ਵੀ ਕੋਈ ਤੁਸੀਂ ਵੀ negative- ਬਣ ਸਕਦੇ ਹੋ ਫੈਮਿਨਾ ਮਿਸ India. ਇੰਡੀਆ ਦੀ ਜੂਰੀ, ਜੇ ਤੁਸੀਂ ਇਫ ਯੂ ਹੈਵ ਘੱਟ ਹਾਈਟ। ਬਟ ਮੈਨੂੰ ਬਹੁਤ ਬੁਰਾ ਲੱਗਦਾ ਸੀ ਕਈ ਵਾਰੀ, ਬਹੁਤ ਜ਼ਿਆਦਾ ਮੈਨੂੰ ਕਹਿੰਦੇ ਸੀ ਉਹ ਨਿੱਕੀ ਜਿਹੀ ਹੈ, ਟਿੱਡੀ ਜਿਹੀ ਹੈ ਟਾਈਪਸ। ਬਟ ਹੁਣ ਟਿੱਡੀ ਜੀ ਨੂੰ ਦੇਖਦੇ ਹੁਣ ਨਾ ਅਗਲੇ। ਮਤਲਬ ਆਈ ਲਵ ਮਾਈਸੈਲਫ, ਆਈ ਡੋਨਟ ਚਲੋ ਜਿਵੇਂ ਮੇਰੇ ਸ਼ੋਅ 'ਚ ਕੋਈ ਮੈਨੂੰ ਐਦਾਂ ਦੇਖਣ ਆਇਆ, क्या आपके साथ भी ऐसा कुछ हुआ है कि मतलब जिसने आपको रिजेक्शन दी और बाद में वो कह रहा हो शिट सारा कुर्बान? ਯੈਸ ਐਕਚੁਅਲੀ ਦ ਫਰਸਟ ਜਿਹੜੀ ਕੰਪਨੀ ਨੂੰ ਮੈਂ ਕੰਮ ਕਰਦੀ ਸੀਗੀ ਤੇ ਉਹ ਸੀਗੇ ਮਾਡਲਿੰਗ ਦੇ ਵਿੱਚ, ਉਹਨਾਂ ਨੇ ਬਹੁਤ ਰਿਜੈਕਸ਼ਨ ਦਿੱਤੀਆਂ ਸੀਗੀਆਂ। ਤੇ ਕੁਝ ਦਿਨ ਪਹਿਲਾਂ ਆਈ ਥਿੰਕ ਪ੍ਰੇਮ ਇਜ਼ ਨਾਟ ਹੇਅਰ, ਪ੍ਰੇਮ ਨੂੰ ਫੋਨ ਆਇਆ ਹਾਂਜੀ ਉਸੇ ਕੰਪਨੀ ਦਾ ਕਿ ਸਾਨੂੰ ਸਾਰਾ ਲਈ ਇਹ ਮਤਲਬ ਸਾਡਾ ਇਹ ਪ੍ਰੋਜੈਕਟ ਹੈ ਇਹਦੇ ਵਿੱਚ। ਤੇ ਹੀ ਵਾਸ ਲਾਈਕ शी नोज मी, पूछो उनसे। तो को अब इस हक से नहीं तुम पूछ तो सकते हो, ये मैं बता देता हूँ। बट फिर भी क्योंकि ਉਹਨਾਂ ਦੇ ਨਾਲ ਮੈਂ ਫਰਸਟ ਪ੍ਰੋਜੈਕਟ ਕੀਤਾ ਸੀਗਾ, विद ऑल द रिस्पेक्ट आई टॉक टू हिम, मैं कहा कोई चक्कर नहीं, आपका काम है, हम करेंगे। उन्होंने रिजेक्ट किया, हम थोड़ी करेंगे। नहीं डेफिनेटली, You एंड know, दिस इज आई so- थिंक यू शुड स्टे ਹੰਬਲ। ਦਿਸ ਇਹੀ ਹੁੰਦਾ ਕਿ ਤੁਸੀਂ, ਜੋ ਮੈਂ ਕਹਿ ਰਿਹਾ ਸੀ, ਨਿਵਿਆਂ ਨੂੰ ਦਰਖਤਾਂ ਨੂੰ ਵਧੀਆ ਫਲ ਲੱਗਦੇ ਆ, ਐਗਜ਼ੈਕਟਲੀ। ਕੋਈ ਇਹਦੇ 'ਚ ਕੋਈ ਘਮੰਡ ਨਹੀਂਗਾ, ਪਰ ਲੋਕੀ ਤੁਹਾਡੀ ਸਿਰਫ ਚੰਗੀਆਂ ਚੀਜ਼ਾਂ ਯਾਦ ਕਰਦੇ ਆ, ਚੰਗੀਆਂ ਚੀਜ਼ਾਂ ਕਰਦੇ ਰਹੋ ਤੇ ਅੱਗੇ ਵਧਦੇ ਰਹੋ। ਨਹੀਂ ਮਾੜੀਆਂ ਵੀ ਯਾਦ ਰੱਖਦਾ ਮੈਂ ਤਾਂ ਲੋਕਾਂ ਦੀਆਂ। ਥੋੜਾ ਜਿਹਾ ਖੁੰਦਕੀ ਹੋਣਾ ਚਾਹੀਦਾ ਬੰਦੇ ਨੂੰ, ਇਹਦੇ ਨਾਲ ਅੱਗੇ ਵਧਦੇ ਆ। ਤੁਸੀਂ ਇੰਨੇ ਗਾਣਿਆਂ 'ਚ ਮਾਡਲਿੰਗ ਕੀਤੀ ਹੈ, ਤੇ ਕਿਹੜੀ ਇਹੋ ਜੀ ਚੀਜ਼ ਹੈ ਪੰਜਾਬੀ ਗਾਣਿਆਂ 'ਚ ਜਾਂ ਨਾਟ ਜਸਟ ਪੰਜਾਬੀ ਸੌਂਗਸ ਜੋ ਤੁਹਾਨੂੰ ਇਹ ਲੱਗਦਾ ਕਿ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਕਰਨੀ ਪੈਂਦੀ ਹੈ? ਮਤਲਬ ਇਹੋ ਜਿਹਾ ਕਿਹੜਾ ਕਨਸੈਪਟ ਹੈ, ਮਤਲਬ ਹੁੰਦਾ ਨਾ ਕਿ ਮਤਲਬ ਕਿੱਦਾਂ ਦਾ ਕਨਸੈਪਟ ਜਾਂ ਕਿੱਦਾਂ ਦੀ ਵੀਡੀਓਜ਼ ਤੁਸੀਂ ਨਹੀਂ ਕਰਨਾ ਚਾਹੁੰਦੇ ਪਰ ਤੁਹਾਨੂੰ ਕਰਨੀਆਂ ਪਈਆਂ ਔਰ ਤੁਸੀਂ ਕੀਤੀਆਂ? ਯਾਰ ਮੈਂ ਸਭ ਤੋਂ ਜ਼ਿਆਦਾ ਧੋਖਾ ਦਿੱਤਾ ਮੁੰਡਿਆਂ ਨੂੰ, ਇੰਨਾ ਧੋਖਾ ਦਿੱਤਾ ਮੁੰਡਿਆਂ ਨੂੰ, ਇੰਨਾ ਧੋਖਾ ਦੇ, ਮੇਰੇ ਤੋਂ ਯਾਰੀ ਬੜੀ ਸੌਖੀ ਤੋੜ ਗਈ, ਇਹ ਹੋ ਗਿਆ ਉਹ ਹੋ ਗਿਆ। ਅਰੇ ਮੈਂ ਰਿਐਲਿਟੀ ਚ ਇਦਾਂ ਨਹੀਂ ਹੈਗੀ, ਮਤਲਬ ਇਦਾਂ ਮੈਂ ਨਹੀਂ ਧੋਖਾ। ਤੁਸੀਂ ਪਿਆਰ ਤਾਂ ਪਾ ਕੇ ਦੇਖੋ ਸਾਰਾ ਗੁਰਪਾਲ ਨਾ, ਉਹੀ, ਤਾਂ ਪਤਾ ਲੱਗੇ ਤੁਹਾਨੂੰ। ਚੰਡੀਗੜ੍ਹ ਦੀਆਂ ਕੁੜੀਆਂ ਨੇ ਇਦਾਂ ਕਰਤਾ, ਚੰਡੀਗੜ੍ਹ ਦੀਆਂ ਕੁੜੀਆਂ ਪੈਸੇ ਲੈ ਕੇ ਚੰਡੀਗੜ੍ਹ ਦੀ ਕੁੜੀਆਂ ਨੇ ਰਿਚਾਰਜ ਕਰਾ ਲਿਆ, ਚੰਡੀਗੜ੍ਹ ਦੀਆਂ ਕੁੜੀਆਂ ਇਦਾਂ। ਅਰੇ ਪਹਿਲੀ ਗੱਲ ਇਦਾਂ ਦੀ ਨਹੀਂ ਆ ਮੈਂ, ਪਰ ਆਬਵੀਅਸਲੀ ਦੈਟਸ ਮਾਈ ਵਰਕ। ਬਟ ਐਦਾਂ ਨਹੀਂ ਹੈ, ਮੇਰੇ ਗਾਣੇ 'ਚ ਤਾਂ ਜ਼ਹਿਰ ਪੀ ਲਿਆ ਸੀ ਇਹਨਾਂ ਨੇ, ਹੱਕ 'ਚ ਖੜ ਗਏ ਆਪਾਂ ਤਬਾਹ ਹੋ ਕੇ ਆਏ ਸੀ। ਸੋ ਇੱਕ ਇਦਾਂ ਦੀ ਇਹ ਚੀਜ਼ ਹੈ ਜਿਹੜੀ ਮੈਨੂੰ ਲੱਗਦੀ ਹੈ ਕਿ ਨਹੀਂ ਯਾਰ ਇਦਾਂ ਦੇ ਹੈ ਨਹੀਂ ਆਪਾਂ, ਬਟ ਆਈ ਥਿੰਕ ਦਿਸ ਇਜ਼ ਪਾਰਟ ਆਫ ਆਰ ਜੌਬ, ਤਾਂ ਸਾਨੂੰ ਕਰਨੀ ਪੈਂਦੀ ਹੈ। ਤਾਂ ਤੁਸੀਂ ਗਾਣਿਆਂ ਤੋਂ ਇਹਨਾਂ ਨੂੰ ਜੱਜ ਕਦੇ ਨਾ ਕਰਿਓ, ਪਲੀਜ਼ ਨਾ ਕਰਿਓ। ਸ਼ੀ ਇਜ਼ 골ਡਨ ਹਾਰਟ ਵਾਲੀ ਕੁੜੀ। ਤੇ ਅਗਲੇ ਤੇ ਕੁਐਸਚਨ ਤੇ ਆਨੇ ਆ, ਤੁਸੀਂ ਕਿਹਾ ਸੀ ਕਿ ਜੋ ਵੀ ਕੰਮ ਕਰਦੇ ਹੋ ਉਹਦੇ ਬਾਰੇ ਤੁਸੀਂ ਆਪਣੇ ਬ੍ਰਦਰ ਜਾਂ ਆਪਣੇ ਡੈਡ ਨੂੰ ਯੈਸ ਜ਼ਰੂਰ ਦੱਸਦੇ ਹੋ, Yes. ਜੋ ਤੁਸੀਂ ਹੁਣ ਮੰਨ ਚੁੱਕੇ ਹੋ, ਇੱਕ ਝੂਠ ਬੋਲ ਚੁੱਕੇ ਹੋ ਤੁਸੀਂ ਅੰਕਲ ਯਾ ਨੂੰ। ਅੰਕਲ ਜੀ ਇਹ ਪਿਓ ਨੂੰ ਚੰਡੀਗੜ੍ਹ ਸਭ ਨਹੀਂ ਦਿੱਲੀ ਪਤਾ, ਗਏ ਡੈਡੀ ਸੀ। ਨੂੰ ਸਭ ਪਤਾ। ਚਲੋ ਅੱਜ ਅੰਕਲ ਕਨਫੈਸ਼ਨ ਵੀ ਹੋ ਗਿਆ, ਤਾਂ ਇਸ ਕਰਕੇ ਤੁਸੀਂ ਮਾਫ ਕਰ ਦਿਓ। ਕੁੱਟ ਪੈਂਦੀ ਤੁਹਾਨੂੰ ਹਜੇ ਕਰੇ? ਨਹੀਂ ਕਦੇ ਵੀ ਨਹੀਂ। ਮੈਨੂੰ ਪੈਂਦੀ ਹੈ ਕੁੜੀਆਂ ਨੂੰ ਇਹ ਗੱਲ ਜੇ ਮੈਂ ਬੋਲੀ ਹੁੰਦੀ ਨਾ। ਚਲੋ ਐਨੀਵੇਜ਼, ਤੁਸੀਂ ਹਮੇਸ਼ਾ ਆਪਣੇ ਡੈਡ ਔਰ ਆਪਣੇ ਬ੍ਰਦਰ ਨੂੰ ਦੱਸ ਦਿਓ। ਤੇ ਕਦੇ ਐਦਾਂ ਹੋਇਆ ਕਿ ਉਹਨਾਂ ਨੂੰ ਦੱਸਣ ਦੀ ਜਗ੍ਹਾ ਉਹਨਾਂ ਨੂੰ ਮਨਾਉਣ ਦੀ ਲੋੜ ਪਈ ਹੋਵੇ? ਯੈਸ ਕਾਫੀ ਵਾਰ। ਕਾਫੀ ਵਾਰੀ। ਮੇਜਰਲੀ ਐਕਚੁਅਲੀ ਪਤਾ ਕੀ ਹੁੰਦਾ, ਮੇਰੇ ਲਈ ਨਹੀਂ ਵੈਸੇ ਫੈਮਿਲੀ ਦੇ ਵਿੱਚ ਨਾ ਵੀ ਕੋਈ ਚੀਜ਼ ਹੋ ਰਹੀ ਆ, ਮੇਰੀ ਦੀਦੀ ਦੇ ਮੇਰੇ ਬ੍ਰਦਰ ਦਾ ਇਹਦਾ ਆਕੜਾ ਰਹਿੰਦਾ, ਮਤਲਬ ਇਹ ਨਾ ਇੱਕ ਸਿਬਲਿੰਗ ਹੁੰਦੇ ਨਾ ਜਿਹੜੇ ਬਹੁਤ ਲੜਦੇ ਆ, ਤੇ ਮੈਂ ਉਹ ਸਿਬਲਿੰਗ ਆ ਜਿਹੜੀ ਕਿਸੇ ਨਾਲ ਨਹੀਂ ਲੜਦੀ, ਮੇਰੇ ਦੋਨਾਂ ਨਾਲ ਪਿਆਰ ਹੈ। ਤੇ ਤੁਸੀਂ ਸਮਝੌਤੇ ਤੇ ਕਰਾ ਮੈਂ ਸਮਝੌਤਾ ਕਰਾਉਣੀ ਹੁੰਨੀ ਆ, ਤਾਂ ਉਹਨਾਂ ਨੂੰ ਮੈਂ ਕਹਿੰਦੀ ਆ ਬਸ ਕਰੋ ਯਾਰ, ਥਿੰਕ ਅਬਾਊਟ ਦ ਪੋਜ਼ਿਟਿਵਿਟੀ, ਐਦਾਂ ਨਾ ਕਰੋ, ਇਦਾਂ ਨਾ ਕਰੋ, ਮਤਲਬ ਫਿਰ ਦੋਨੇ ਪਾਸੇ ਕਰਦੇ ਆ। ਤਾਂ ਮੈਨੂੰ ਬਹੁਤ ਜ਼ਿਆਦਾ ਮਨਾਉਣ ਦੀ ਲੋੜ ਪੈਂਦੀ ਆ, ਦੀਦੀ ਨੂੰ ਵੀ ਤੇ ਬ੍ਰਦਰ ਨੂੰ ਵੀ। ਓਕੇ, ਡੈਡ ਨੂੰ ਨਹੀਂ? ਡੈਡ ਮੇਰੇ ਬਹੁਤ ਨੈਕਸਟ ਲੈਵਲ ਚਿਲ ਨੇ, ਨੈਕਸਟ ਲੈਵਲ। ਡੈਡੀ ਕੁਛ ਵੀ ਮਤਲਬ ਉਹ ਨਾ ਆਪਦੀ ਲਾਈਫ 'ਚ ਬਹੁਤ ਖੁਸ਼ ਰਹਿੰਦੇ ਆ, ਉਹ ਜ਼ਿਆਦਾ ਬੌਦਰ ਨਹੀਂ ਕਰਦੇ ਚੀਜ਼ਾਂ। ਤੇ ਇਸੇ ਨਾਲ ਮੇਰੇ ਕੁਐਸਚਨਸ ਖਤਮ ਹੋ ਚੁੱਕੇ ਨੇ, ਪਰ ਮੈਂ ਇੱਕ ਚੀਜ਼ ਤੁਹਾਡੇ ਤੋਂ ਹੋਰ ਪੁੱਛਣੀ ਚਾਹੁੰਦਾ ਹਾਂ। ਤੁਹਾਡੀ ਕਾਗਜ਼ ਦੇ ਓਕੇ ਜਿਹੜੀ ਬੇਸਿਕ ਜ਼ਰੂਰਤਾਂ ਹੁੰਦੀਆਂ ਨੇ, ਜਿਵੇਂ ਲਾਇਸੈਂਸ, ਓ ਮਾਈ ਗॉड, ਗੱਡੀ ਦੇ ਪੇਪਰ, ਹਿਟ ਮੀ ਇਨ ਮਾਈ ਇੰਸ਼ੋਰੈਂਸ, ਕੀ ਤੁਹਾਡੀ ਸਾਰੀਆਂ ਚੀਜ਼ਾਂ ਦੇ ਉਹ ਪੂਰੇ ਨੇ? ਔਰ ਨਹੀਂ ਤਾਂ ਕਿਉਂ? ਨਜ਼ਰ, ਯੂ ਕੈਨ ਨਾਟ ਡੂ ਦਿਸ। ਨਜ਼ਰ ਮੈਂ ਸਾਰਿਆਂ ਨੂੰ ਦੱਸ ਦਿੰਦਾ ਕਿ ਸਾਰਾ ਗੁਰਪਾਲ ਉਹਨਾਂ ਕੁੜੀਆਂ ਚੋਂ ਹੈ ਜੋ ਮੇਰੇ ਖਿਆਲ 'ਚ ਬਹੁਤ ਹੀ ਲੇਜ਼ੀ ਹੈ ਆਪਣੇ ਕੋਈ ਵੀ ਲੀਗਲ ਕੰਮ ਕਰਨ ਲਈ।
ਜੋ ਉਹਨਾਂ ਨੂੰ ਕਰਨੇ ਚਾਹੀਦੇ ਬਟ ਸ਼ੀ ਡੋਨਟ ਡੂ ਇਟ। ਇੱਕ ਸੈਕਿੰਡ ਮੈਂ ਲੀਗਲ ਬਹੁਤ ਵਧੀਆ ਸੀਗਾ, ਮੈਂ ਸਾਰੇ ਆਪਣੇ ਵੈਲਫੇਅਰ ਨੂੰ ਕਿਹਾ ਸੀ, ਮੈਂ ਕਿਹਾ ਮੇਰਾ ਕੰਮ ਸਾਂਭ ਲਓ, ਇਹ ਵਾਲਾ ਤੁਸੀਂ ਰਹਿਣ ਦਿਓ। ਨਹੀਂ ਬਟ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਨਾ ਕਿ ਜਿਹੜੇ ਆਪਦੇ ਕੰਮ ਹੁੰਦੇ ਕਦੇ ਕਿਸੇ ਹੋਰ ਦੇ ਸਹਾਰੇ ਨਹੀਂ ਛੱਡੀਦੇ, ਕਿਉਂਕਿ ਨਜ਼ਰ ਹੁਣ ਇਹ ਕੰਮ ਨਜ਼ਰ ਨਹੀਂ ਕਰਾ ਕੇ ਦੇਣਾ, ਮੇਰਾ ਇੱਕ ਕੰਮ ਰਹਿੰਦਾ ਹੈ ਥੋੜਾ ਕਿਸੇ ਆਰਸੀ ਉਰਸੀ ਦਾ, ਤੇ ਉਹ ਮੇਰਾ ਨਜ਼ਰ ਨੇ ਨਜ਼ਰ ਮੈਂ ਦੱਸ ਦਿੰਦਾ ਇਹਨਾਂ ਕੋਲ ਓਕੇ ਵੀ ਸ਼ਟ ਇਟ ਹੈ, ਨਜ਼ਰ ਬਸ ਮੇਰਾ ਕੰਮ ਕਰਾ ਕੇ ਦੇ ਰਹੇ ਹਾਂ ਚਲੋ ਮੈਂ ਕੋਸ਼ਿਸ਼ ਕਰੂੰਗਾ ਜੇ ਹੁੰਦਾ ਹੋਇਆ ਤਾਂ, ਜੇ ਲੀਗਲੀ ਹੁੰਦਾ ਹੋਇਆ ਤਾਂ, ਬਟ ਨਹੀਂ ਦਿਸ ਇਜ਼ ਆਈ ਅਪੋਲੋਜਾਈਜ਼ ਫॉर दैट ਬਿਕਾਜ਼ ਮੈਨੂੰ ਹੁਣ ਪਤਾ ਹੀ ਨਹੀਂ, ਹੁਣ ਮੰਮੀ ਮੈਨੂੰ ਰੋਜ਼ ਪੁੱਛ ਲੈਂਦੇ ਆ ਤੇ ਮੇਰੇ ਕੋਲ ਜਵਾਬ ਹੀ ਨਹੀਂ ਹੁੰਦਾ। ਮੈਂ ਮੰਮੀ ਦਾ ਪੁੱਛਣਾ ਬੰਦਾ ਹੀ, ਪੈਸੇ ਇੰਨੇ ਲਾਏ ਹੋਏ ਤੁਸੀਂ ਚੀਜ਼ਾਂ ਦੇ ਬਾਅਦ ਚ ਮੁੜ ਕੇ ਤੁਸੀਂ ਲੀਗਲ ਫਾਰਮੈਲਿਟੀਜ਼ ਨਹੀਂ ਕਰਦੇ। ਤੇ ਇਹ ਵੀ ਜਾਂਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ, ਜੇ ਤੁਸੀਂ ਕਿਸੇ ਚੀਜ਼ ਤੇ ਪੈਸੇ ਲਾ ਕੇ ਔਰ ਬਹੁਤ ਵਧੀਆ ਚੀਜ਼ ਲਾਓ ਤਾਂ ਉਹਦੇ ਸਾਰੇ ਡਾਕੂਮੈਂਟਸ ਪੂਰੇ ਕਰ ਲਓ ਟਾਈਮ ਤੇ, ਕਿਉਂਕਿ ਕਈ ਵਾਰ ਵਕਤ ਲੰਘ ਜਾਂਦਾ ਤੇ ਬਾਅਦ ਚ ਹੁੰਦਾ ਨਹੀਂ ਉਹ ਕੰਮ। ਹੁਣ ਪਤਾ ਲੱਗ ਹੀ ਗਿਆ। ਨਹੀਂ ਉਹ ਜ਼ਮੀਨ ਵੀ ਹੋ ਸਕਦੀ ਹੈ, ਖੇਤ ਵੀ ਹੋ ਸਕਦੇ ਨੇ, ਹੈਲੀਕਾਪਟਰ ਵੀ ਹੋ ਸਕਦਾ, ਸਕੂਟੀ ਵੀ ਹੋ ਸਕਦੀ ਹੈ, ਆਡੀ ਵੀ ਹੋ ਸਕਦੀ ਹੈ। ਤੇ ਹੁਣ ਵਾਰੀ ਹੈ ਸੁਰੀਲੀ ਤੇ ਸਵਾਲਾਂ ਦੀ, ਜਿਨ੍ਹਾਂ ਦਾ ਜਵਾਬ ਦੇਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਪਿੰਡ ਦੀ ਸੱਥ 'ਚ ਬਜ਼ੁਰਗਾਂ ਦਾ ਤਾਸ਼ ਖੇਡਣਾ। ਇਸ ਸੈਗਮੈਂਟ ਦਾ ਇੱਕੋ ਰੂਲ ਹੈ ਕਿ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਖੁੱਲ੍ਹ ਕੇ ਦੇਣਾ ਹੈ। ਸਾਰਾ ਤੁਸੀਂ ਹਰਿਆਣਾ ਤੋਂ ਬਿਲੋਂਗ ਕਰਦੇ ਹੋ, ਕੋਈ ਇਹੋ ਜਿਹੀ ਗੱਲ ਦੱਸੋ ਜੋ ਸਿਰਫ ਹਰਿਆਣਵੀ ਫੈਮਿਲੀ 'ਚ ਹੀ ਦੇਖਣ ਨੂੰ ਮਿਲਦੀ ਹੈ। ਓਕੇ ਇੱਕ ਚੀਜ਼ ਜਿਹੜੀ ਐਕਚੁਅਲੀ ਹਰਿਆਣੀ ਫੈਮਿਲੀਜ਼ ਦੇ ਵਿੱਚ ਦੇਖਣ ਨੂੰ ਮਿਲੂਗੀ ਤੁਹਾਨੂੰ, ਪਰਾਂਠਾ ਦੇਸੀ ਘਿਓ 'ਚ ਬਣਿਆ ਹੋਇਆ, ਇੱਕ ਨਾਲ ਕਟੋਰੀ, ਉਹਦੇ ਵਿੱਚ ਦੇਸੀ ਘਿਓ, ਠੀਕ ਹੈ, ਉਸ ਤੋਂ ਬਾਅਦ ਉਹ ਪਰਾਂਠੇ ਨੂੰ ਇਦਾਂ ਕਰਕੇ ਦੇਸੀ ਘਿਓ 'ਚ ਡੁਬੋ ਕੇ ਫਿਰ ਖਾਧਾ ਜਾਂਦਾ ਹੈ। ਇਹ ਸਾਡੇ ਘਰ 'ਚ ਵੀ ਹੁੰਦਾ, ਸੋ ਇਦਾਂ ਦੀ ਚੀਜ਼ ਹੈ। ਓਕੇ ਤੁਹਾਡੇ ਦੋਵਾਂ ਦੇ ਹੁਣ ਤੱਕ ਦੇ ਕੈਰੀਅਰ 'ਚ ਕਿਹੜੇ ਕੋ-ਸਟਾਰਸ ਤੋਂ ਤੁਹਾਨੂੰ ਸਭ ਤੋਂ ਵੱਧ ਸਿੱਖਣ ਨੂੰ ਮਿਲਿਆ? ਓਹ ਯੂ ਆਨਸਰ ਇਟ ਫਰਸਟ। ਮੈਂ ਤਾਂ ਦਿਲਜੀਤ ਭਾਈ ਦਾ ਨਾਮ ਲਵਾਂਗਾ, ਕਿਉਂਕਿ ਆਈ ਥਿੰਕ ਉਹ ਇਹੋ ਜਿਹੇ ਇੱਕ ਆਰਟਿਸਟ ਹੈ, ਆਈ ਐਮ ਸੌਰੀ ਟੂ ਸੇ ਬਟ ਆਪਣਾ ਕਲਚਰ ਇੱਥੇ ਹੈਗਾ ਥੋੜ੍ਹਾ ਜਿਹਾ ਕਿ ਜੇ ਤੁਸੀਂ ਆਰਟਿਸਟ ਹੋ ਤਾਂ ਬਹੁਤ ਗੈਂਗ ਲੈ ਕੇ ਘੁੰਮੋਗੇ ਨਾਲ। ਔਰ ਮੈਨੂੰ ਮੈਂ ਇੱਕ ਵਾਰੀ ਉਹਨਾਂ ਤੋਂ ਪੁੱਛਿਆ ਸੀ, ਡਿਨਰ ਕਰਦੇ ਹੋਏ ਸਵਾਲ ਪੁੱਛਿਆ, ਮੈਂ ਕਿਹਾ ਭਾਈ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਮਤਲਬ ਉਹਦਾ ਰੀਜ਼ਨ ਕੀ ਹੈ? ਤੁਸੀਂ ਕਦੇ ਕਿਸੇ ਪਾਰਟੀ 'ਚ ਨਹੀਂ ਗਏ, ਕਦੇ ਕਿਤੇ ਮਤਲਬ ਦੇਖਣ ਨੂੰ ਹੀ ਨਹੀਂ ਮਿਲਿਆ ਕਿ ਉਹ ਆਪਣੇ ਕੰਮ ਜਾਂ ਆਪਣੇ ਸ਼ੋਅ ਦੇ ਇਲਾਵਾ, ਸਟੂਡੀਓ ਤੋਂ ਇਲਾਵਾ ਕਿ ਕਿਤੇ ਕਿਸੇ ਨੇ ਅੱਜ ਤੱਕ ਉਹਨਾਂ ਨੂੰ ਕਿਤੇ ਨਹੀਂ ਦੇਖਿਆ। ਅਤੇ ਮੈਂ ਉਹਨਾਂ ਨੂੰ ਇਹ ਚੀਜ਼ ਪੁੱਛੀ ਸੀ ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਿ ਜਦ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਤੁਸੀਂ ਯੂ ਆਲਵੇਜ਼ ਥਿੰਕ ਅਬਾਊਟ ਯੋਰਸੈਲਫ, ਤੁਸੀਂ ਆਪਣੇ ਬਾਰੇ ਸੋਚਦੇ ਹੋ, ਤਾਂ ਤੁਸੀਂ ਜਿੰਨਾ ਡਿਸਟਰੈਕਟ ਰਹੋਗੇ ਉਨੀਆਂ ਤੁਹਾਡੀਆਂ ਐਨਰਜੀਜ਼ ਲੂਜ਼ ਹੋਣਗੀਆਂ, ਤੁਸੀਂ ਉਨਾ ਹੀ ਹੋਰ ਚੀਜ਼ਾਂ ਦੇ ਬਾਰੇ ਸੋਚੋਗੇ। ਸੋ ਦੇਰ ਆਰ ਅ ਲੋਟ ਆਫ ਮੋਰ ਥਿੰਗਸ ਜੋ ਮੈਂ ਉਹਨਾਂ ਤੋਂ ਓਬਜ਼ਰਵ ਕੀਤੀਆਂ। ਔਰ ਯੈਸ ਤੁਸੀਂ ਦੱਸੋ। ਯਾਰ ਮੈਂ ਸੀਰੀਅਸਲੀ ਦੱਸਾਂ, ਮੈਂ ਤਾਂ ਸਾਰਿਆਂ ਤੋਂ ਕੁਛ ਨਾ ਕੁਛ ਸਿੱਖਿਆ, ਮਤਲਬ ਨੋਟ ਕਿ ਮੈਂ ਇੱਕ ਸਪੈਸੀਫਿਕ ਬੰਦੇ ਤੋਂ ਕਿਸੇ ਤੋਂ ਸਿੱਖਿਆ ਕਿ ਇੰਨਾ ਮਾੜਾ ਨਹੀਂ ਹੋਈਦਾ, ਕਿਸੇ ਤੋਂ ਸਿੱਖਿਆ ਕਿ ਇੰਨਾ ਚੰਗਾ ਵੀ ਨਹੀਂ ਹੋਈਦਾ, ਕਿਸੇ ਦੀ ਕੋਈ ਵਧੀਆ ਚੀਜ਼ ਦੇਖੀ ਹੈ ਤੇ ਕਿਸੇ ਦੀ ਕੋਈ ਇੱਦਾਂ ਦੀ ਚੀਜ਼ ਕਿ ਯਾਰ ਇਹ ਚੀਜ਼ ਮੈਂ ਨਹੀਂ ਕਰਨੀ। ਸੋ ਜਿੰਨੇ ਵੀ ਆਰਟਿਸਟ ਨਾਲ ਮੈਂ ਕੰਮ ਕੀਤਾ ਹੈ, ਆਈ ਬਿਲੀਵ ਮੈਂ ਸਭ ਤੋਂ ਕੁਛ ਨਾ ਕੁਛ ਸਿੱਖਿਆ ਹੀ ਹੈ। ਗੁਰਨਜ਼ਰ, ਜੇ ਸੇਮ ਪ੍ਰੋਫੈਸ਼ਨ ਦਾ ਲਾਈਫ ਪਾਰਟਨਰ ਮਿਲ ਜਾਵੇ ਤਾਂ ਜ਼ਿੰਦਗੀ ਸੌਖੀ ਹੋਵੇਗੀ ਜਾਂ ਔਖੀ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਮੇਰੇ ਵਿਚਾਰ ਨੇ ਕਿ ਮੈਂ ਜਿਸ ਕੁੜੀ ਨਾਲ ਆਪਣੀ ਲਾਈਫ ਸਪੈਂਡ ਕਰਨਾ ਚਾਹੁੰਦਾ, ਜੇ ਤਾਂ ਉਹ ਮੇਰੇ ਪ੍ਰੋਫੈਸ਼ਨ ਤੋਂ ਜਾਂ ਇਸ ਇੰਡਸਟਰੀ ਤੋਂ ਨਾ ਹੋਵੇ ਤਾਂ ਸਭ ਤੋਂ ਵਧੀਆ ਚੀਜ਼ ਹੈ। ਬਿਕੋਜ਼ ਮੈਂ ਚਾਹੁੰਦਾ ਕਿ ਜਦ ਮੈਂ ਘਰ ਜਾਵਾਂ ਤਾਂ ਘਰ ਦੀਆਂ ਗੱਲਾਂ ਹੋਣ ਔਰ ਕੁਛ ਡਿਫਰੈਂਟ ਹੋਵੇ, ਹੈ ਨਾ। ਬਿਕੋਜ਼ ਆਈ ਆਲਵੇਜ਼ ਸਟੇ ਇਨ ਦਿਸ ਜ਼ੋਨ, 24 ਘੰਟੇ ਦਿਮਾਗ 'ਚ ਗਾਣੇ ਚੱਲਦੇ ਨੇ। ਜੇ ਘਰ ਜਾ ਕੇ ਵੀ ਗਾਣਿਆਂ ਦੀ ਗੱਲਾਂ ਹੋਈਆਂ ਤਾਂ ਇੱਕ ਤਾਂ ਮੰਮੀ ਨੇ ਕੁੱਟਣਾ ਕਿ ਓਕੇ ਕਿ ਇਹਨੂੰ ਇਹ ਗਾਉਂਦੀ ਰਹਿੰਦੀ ਹੈ, ਕੋਈ ਘਰ ਦਾ ਕੰਮ ਵੀ ਕਰਾ ਲੈ ਤੋ। ਆਈ ਵਾਂਟ ਬਹੁਤ ਹੀ ਸਿੰਪਲ ਸੋਬਰ ਜੀ ਕੁੜੀ ਜੋ ਇਸ ਪ੍ਰੋਫੈਸ਼ਨ ਤੋਂ ਨਾ ਹੋਵੇ। ਵੈਰੀ ਸਿੰਪਲ ਸੋਬਰ। ਹਾਈਟ ਵੀ ਦੱਸ ਦਿਓ। ਆਈ ਕਲਰ ਹਾਈਟ 5'5" ਤੋਂ 5'7" ਤੱਕ ਹੋਵੇ। प्लीज सेंड योर प्रोफाइल्स टू इनके ऑफिशियल ईमेल आईडी पे या फिर मेरी, ठीक है, भेज दीजिएगा, मैं इनकी मम्मी तक पास कर दूंगी। ਡਨ विद पिक्चर्स। ਯੈਸ ਵਿਦ ਪਿਕਚਰ ਬਹੁਤ ਜ਼ਰੂਰੀ ਹੈ। ਹੁਣ ਲੱਭਣੀ ਸ਼ੁਰੂ ਕਰਾਂ ਤਾਂ 3 ਸਾਲ 'ਚ ਸਰਚ ਪੂਰੀ ਹੋਣੀ ਹੈ ਸਾਡੀ। So I'm very serious। ਮੇਰੇ ਇੰਸਟਾਗ੍ਰਾਮ ਤੇ ਇਹਨਾਂ ਦੇ ਇੰਸਟਾਗ੍ਰਾਮ ਜਾ ਕੇ ਆਫੀਸ਼ੀਅਲ ਆਈਡੀ ਤੇ ਜਾ ਕੇ ਐਦਾਂ ਨਹੀਂ ਹੈ ਕਿ ਮਤਲਬ ਸੱਚੀ ਦੱਸਾਂ, ਮਤਲਬ ਮੈਨੂੰ ਕੀ ਲੱਗਦਾ ਹੁੰਦਾ ਸੀਗਾ, ਮੇਰੀ ਕਾਲਜ ਤੱਕ ਕੋਈ ਗਰਲਫ੍ਰੈਂਡ ਨਹੀਂ ਸੀ ਔਰ ਉਸ ਤੋਂ ਬਾਅਦ ਵੀ ਨਹੀਂ ਬਣੀ। ਮੈਨੂੰ ਇਹ ਲੱਗਦਾ ਹੁੰਦਾ ਕਿ once you are settled, you are doing good, and I think this is something which you should think about।
ਸਿਆਣੇ ਵਾਲੀ ਗੱਲਾਂ ਕਰੀਏ ਆਪਾਂ। अब ये सच में ये हो चुका है, प्लीज भेज दीजिएगा। ਭੇਜਿਓ ਮੈਨੂੰ ਪਲੀਜ਼, हाँ ਮੈਂ ਚੈੱਕ ਕਰ ਦੂੰਗਾ। ਅੱਗੇ ਹੁਣ ਮੈਂ ਤੁਹਾਨੂੰ ਕੁਝ ਕੁਇਕ ਆਪਸ਼ਨਸ ਦਵਾਂਗੀ ਤੇ ਤੁਸੀਂ ਉਹਨਾਂ ਵਿੱਚੋਂ ਸਿਰਫ ਇੱਕ ਚੂਜ਼ ਕਰਨਾ ਹੈ, ਕੌਫੀ ਜਾਂ ਲੱਸੀ, कॉफी, लस्सी। ਸ਼ਾਪਿੰਗ ਜਾਂ ਟਰੈਵਲਿੰਗ, ਟਰੈਵਲਿੰਗ, ਪੈਸਾ ਜਾਂ ਫੇਮ, फेम, ਫੇਮ, ਮਾਡਰਨ ਲਵ ਜਾਂ 80s ਵਾਲਾ ਰੋਮਾਂਸ, 80s ਵਾਲਾ ਰੋਮਾਂਸ, ਗੁੱਸੇ 'ਚ ਸਮਾਨ ਤੋੜਨਾ ਜਾਂ ਰੁੱਸ ਜਾਣਾ, ਰੁੱਸ ਜਾਣਾ, ਚੰਡੀਗੜ੍ਹ ਔਰ ਪਿੰਡ। ਚੰਡੀਗੜ੍ਹ। ਲਓ ਜੀ, ਮੇਰੇ ਸਵਾਲ ਤਾਂ ਗਏ ਮੁੱਕ ਆਏ ਤੇ ਹੁਣ ਵਾਰੀ ਹੈ ਤੁਹਾਡੇ ਸਰਪ੍ਰਾਈਜ਼ਸ ਦੀ। ਓਕੇ, ਰੈਡੀ ਹੋ? Yeah, Yeah. let's do it. ਪਹਿਲਾ ਸਰਪ੍ਰਾਈਜ਼ ਸਾਰਾ ਤੁਹਾਡੇ ਲਈ। ਮੈਨੂੰ ਯਾਦ ਹੈ ਮੇਰੇ ਇੱਕ ਗਾਣੇ ਦਾ ਸ਼ੂਟ ਸੀ ਜਿਹਦੇ ਵਿੱਚ ਮਾਡਲ ਸੀ ਉਹ 7 ਸੀ ਅਤੇ ਅਸੀਂ ਪਲਾਨ ਕਰਦੇ ਪਏ ਸੀ, ਜਦੋਂ ਸਾਰਾ ਹੁਣੇ ਵੀ ਨਾਲ ਸੀ ਅਤੇ ਅਸੀਂ ਕਿਹਾ ਵੀ ਇੰਨਿਆਂ ਨੂੰ ਮੈਨੇਜ ਕੌਣ ਕਰੂਗਾ। ਅਤੇ ਜਿਹੜੀ ਪੂਰੀ ਵੀਡੀਓ ਡਾਇਰੈਕਸ਼ਨ ਟੀਮ ਦੇ ਵਿੱਚ ਕੋਈ ਕੁੜੀ ਹੈ ਨਹੀਂ ਸੀਗੀ ਜਾਂ ਅਸਿਸਟੈਂਟ, ਤਾਂ ਸਾਰਿਆਂ ਨੇ ਐਜ਼ ਏ ਦੋਸਤ ਸਾਨੂੰ ਕਿਹਾ ਕਿ ਵੀ ਚੱਲ ਕੋਈ ਨਹੀਂ, ਮੈਂ ਐਜ਼ ਏ ਅਸਿਸਟੈਂਟ ਕੰਮ ਕਰਦੀ ਹਾਂ ਔਰ ਸਿਰਫ ਫੋਨ 'ਤੇ। ਅਤੇ ਉਸ ਦਿਨ ਸਾਰਾ ਮਤਲਬ ਸ਼ੂਟ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਜਿਹੜੀਆਂ ਮਾਡਲ ਸੀ ਉਹਨਾਂ ਨਾਲ ਕਾਲ 'ਤੇ ਗੱਲ ਕਰ ਰਹੀ ਸੀ, ਨਾਮ ਕੋਕੋ ਬਣ ਕੇ ਵੀ ਹਾਏ ਮੈਂ ਕੋਕੋ ਬੋਲ ਰਹੀ ਹਾਂ ਡਾਇਰੈਕਸ਼ਨ ਟੀਮ ਤੋਂ, ਤੁਹਾਡਾ ਕਾਲ ਟਾਈਮ ਇਹ ਆ, ਤੁਹਾਡੇ ਕੱਪੜੇ ਇਹ ਹੋਣਗੇ। ਅਤੇ ਡਿਊਰਿੰਗ ਸ਼ੂਟ ਸਾਰੀਆਂ ਜਿਹੜੀਆਂ ਮਾਡਲ ਸੀ ਉਹ ਪੁੱਛ ਰਹੀ ਸੀ ਕੋਕੋ ਕੌਣ ਹੈ। ਅਸੀਂ ਕਿਹਾ ਵੀ ਕੋਕੋ ਤਾਂ ਚਲੀ ਗਈ, ਕੋਕੋ ਤਾਂ ਸਿਰਫ ਫੋਨ 'ਤੇ ਗੱਲ ਕਰਦੀ ਹੈ। 7 ਮਾਡਲ ਸੀ, ਸਾਰਾ ਹੁਣੀ ਵੀ ਸੀ, ਅਤੇ ਉਹ ਸ਼ੂਟ 'ਤੇ ਸਾਰਿਆਂ ਨੇ ਕੋਕੋ ਬਣ ਕੇ ਸਾਰਾ ਕੁਛ ਮੈਨੇਜ ਕੀਤਾ ਸੀਗਾ। ਜੱਟ ਤੇ ਜਵਾਨੀ ਗਾਣੇ ਦਾ ਨਾਮ ਸੀ। ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਵਧੀਆ ਕਰ ਰਹੇ ਨੇ ਇਹ। ਵਾਹਿਗੁਰੂ ਬਹੁਤ ਤਰੱਕੀਆਂ ਦੇਣ, ਹੋਰ ਮਿਹਨਤ ਕਰਨ, ਅਤੇ ਗੋਡ ਬਲੈਸ ਯੂ ਸਾਰਾ। ਅਰਮਾਨ, ਜਿਹੜੀ ਮੇਰੀ ਜੈਕਟ ਇੱਥੇ ਪ੍ਰੈਸ ਕਰਕੇ ਨਹੀਂ ਆਈ ਨਾ, ਉਹ ਤੇਰੇ ਕਰਕੇ 10 ਮਿੰਟ ਸਾਡੇ ਲੱਗੇ ਇੱਥੇ। ਤੂੰ ਏਦਾਂ ਪ੍ਰੈਸ ਕਰਕੇ ਛੱਡੀ ਹੋਈ ਸੀਗੀ, ਤੇ ਜਿਹੜਾ ਤੂੰ ਹੁਣ ਬੋਲ ਰਿਹਾ ਨਾ ਬੈਸਟ ਆਫ ਲੱਕ ਸਾਰਾ, ਇਹ ਬਹੁਤ ਖਰਾਬ ਹੈ। ਹਾਂ ਮੈਨੂੰ ਠੀਕ ਪਤਾ ਹੈ, ਹੈ, ਇਹ ਬਹੁਤ ਖਰਾਬ ਹੈ। ਆਈ ਨੋ ਹਿਮ ਟੂ। ਹਾਂ, ਹੀ ਇਜ਼ ਵੈਰੀ ਬੈਡ। ਉਹਦੇ ਕੋਲ ਜੈਕਟਾਂ ਪਈਆਂ ਸੀਗੀਆਂ ਸਾਡੀਆਂ, ਤੇ ਜੈਕਟਾਂ ਮਰੋੜ ਕੇ ਰੱਖੀਆਂ ਹੋਈਆਂ ਸੀ। But anyways, thanks. So basically, he is cute. He's nice. ਵਧੀਆ। We love him. I mean, he's just amazing. We always wish best for him. ਗੁਰਨਜ਼ਰ, ਹੁਣ ਵਾਰੀ ਹੈ ਤੁਹਾਡੇ ਸਰਪ੍ਰਾਈਜ਼ ਦੀ। ਹਾਂਜੀ, ਗੁਰਨਜ਼ਰ ਸਭ ਤੋਂ ਪਹਿਲਾਂ ਸਾਡਾ ਬਹੁਤ ਪਿਆਰਾ ਭਰਾ ਹੈ ਅਤੇ ਅਸੀਂ ਸਾਰੇ ਬਹੁਤ ਪਿਆਰ ਕਰਦੇ ਹਾਂ, ਸਾਨੂੰ ਬੜਾ ਪਿਆਰਾ ਗੁਰਨਜ਼ਰ। ਉਸ ਤੋਂ ਬਾਅਦ ਮੈਂ ਕਹੂੰਗਾ ਕਿ ਬਹੁਤ ਚੰਗਾ ਇਨਸਾਨ ਆ, ਹਰ ਇੱਕ ਨਾਲ ਬਹੁਤ ਨਿਮਰਤਾ ਨਾਲ, ਬਹੁਤ ਪਿਆਰ ਨਾਲ ਹਮੇਸ਼ਾ ਪੇਸ਼ ਆਉਂਦਾ ਹੈ ਅਤੇ ਦੂਜੇ ਦੇ ਦਰਦ ਨੂੰ ਸਮਝਦਾ। ਉਸ ਤੋਂ ਬਾਅਦ ਮੈਂ ਕਹੂੰਗਾ ਕਿ ਬੇਹੱਦ ਟੈਲੈਂਟਡ ਮੁੰਡਾ ਹੈ, ਜਿਹਨੇ ਕਿ ਆਪਣੀ ਜਰਨੀ ਦੇ ਵਿੱਚ ਕਾਫੀ ਔਕੜਾਂ ਮੈਨੂੰ ਪਤਾ ਦੇਖੀਆਂ, ਕਾਫੀ ਸਟਰਗਲਿੰਗ ਟਾਈਮ ਦੇਖਿਆ ਹੈ ਨਾ, ਪਰ ਉਹ ਮੈਂ ਚਾਹੂੰਗਾ ਕਿ ਇਹ ਆਪ ਦੱਸੇ, ਮੈਂ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰੂੰਗਾ। ਮੈਂ ਗੱਲ ਕਰੂੰਗਾ ਉਹਦੇ ਪੈਸ਼ਨ ਬਾਰੇ, ਜਿਹੜਾ ਇੰਨੀ ਔਕੜਾਂ ਦੇ ਬਾਵਜੂਦ ਵੀ ਇਹਨੇ ਆਪਣੇ ਸਿੰਗਿੰਗ ਨੂੰ ਹੋਰ ਚਮਕਾਇਆ, ਆਪਣੇ ਲਿਖਣੇ ਨੂੰ ਹੋਰ ਚਮਕਾਇਆ, ਅਤੇ ਬਹੁਤ ਜ਼ਿਆਦਾ ਮਿਹਨਤੀ ਹੈ ਕਿਉਂਕਿ ਰੋਜ਼ ਇਹਨੇ ਸਟੂਡੀਓ ਮਤਲਬ ਜਾਣਾ ਹੀ ਜਾਣਾ ਹੈ ਨਾ। ਕਾਫੀ ਵਾਰੀ ਅਸੀਂ ਇਹਨੂੰ ਖਿਜਾਉਂਦੇ ਵੀ ਹੁੰਦੇ ਕਿ ਯਾਰ ਤੂੰ ਇੰਨੇ ਗਾਣੇ ਕਈ ਵਾਰ ਜਦੋਂ ਬਹਿੰਦਾ ਫਿਰ ਸੁਣਾਉਣ ਲੱਗ ਜਾਂਦਾ ਆਪਣੇ, ਅਤੇ ਉਹਦੇ ਲਈ ਅਸੀਂ ਇਹਨੂੰ ਕਦੇ ਕਦੇ ਤੰਗ ਵੀ ਕਰਦੇ ਹੁੰਦੇ ਹਾਂ। ਪਰ ਇਹਦੀ ਮਿਹਨਤ ਦਾ ਹੀ ਨਤੀਜਾ, ਇਹਦੇ ਪੈਸ਼ਨ ਦਾ, ਇਹਦੇ ਪਿਆਰ ਦਾ ਸੰਗੀਤ ਦੇ ਨਾਲ, ਗਾਇਕੀ ਦੇ ਨਾਲ, ਕਿ ਇਹਦੇ ਗਾਣੇ ਹੁਣ ਬਾਲੀਵੁੱਡ ਤੱਕ ਪਹੁੰਚੇ ਆ। ਇਹਨੇ ਆਪਣਾ ਨਾਮ, ਆਪਣੇ ਘਰਦਿਆਂ ਦਾ ਨਾਮ ਆ ਜਿਹੜਾ ਬਹੁਤ ਰੌਸ਼ਨ ਕੀਤਾ, ਅਤੇ ਬਹੁਤ ਮਤਲਬ ਚੰਗਾ ਮੁੰਡਾ। ਇੱਕ ਛੋਟੀ ਜਿਹੀ ਬਸ ਇਹਦੇ ਵਿੱਚ ਭੈੜ ਮੈਂ ਕਹੂੰਗਾ ਹੈਗੀ ਆ ਕਿ ਕੰਜੂਸ ਆ ਥੋੜ੍ਹਾ ਜਿਹਾ। ਹੁਣ ਮੈਨੂੰ ਪਤਾ ਤੂੰ ਨਜ਼ਰ ਹੱਸ ਰਿਹਾ ਹੋਣਾ, ਅਤੇ ਮੈਂ ਸਾਰੀ ਗੱਲ ਨਹੀਂ ਦੱਸੂੰਗਾ, ਬਸ ਇੱਥੇ ਕਹਿ ਕੇ ਇੰਨਾ ਖ਼ਤਮ ਕਰੂੰਗਾ ਇਸ ਗੱਲ ਨੂੰ। ਅਤੇ ਪਰ ਚੱਲ ਆਮ ਪੁਲਿੰਗ ਯੋਰ ਲੈਗ, ਤੈਨੂੰ ਪਤਾ ਸੀ ਤੈਨੂੰ ਕਿੰਨਾ ਪਿਆਰ ਕਰਦੇ ਹਾਂ, ਅਤੇ ਮੇਰੀਆਂ ਦੁਆਵਾਂ ਤੇਰੇ ਲਈ ਇਹ ਕਿ ਤੂੰ ਆਪਣਾ ਨਾਮ ਅਤੇ ਸਾਡਾ ਮਾਣ ਹੋਰ ਰੌਸ਼ਨ ਕਰੇ। ਲਵ ਯੂ ਬ੍ਰਦਰ। ਬੱਬਲ ਭਾਜੀ, ਆਈ ਲਵ ਯੂ ਮੋਰ ਤੋਂ ਵੀ ਬਹੁਤ ਜ਼ਿਆਦਾ ਮੋਰ। ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅਗਰ ਮੈਂ ਜ਼ਿੰਦਗੀ ਦੇ ਅੰਦਰ ਆਪਣੀ ਪ੍ਰੋਫੈਸ਼ਨਲ ਜਾਂ ਕਿਸੇ ਪਰਸਨਲ ਪ੍ਰੋਬਲਮ ਨੂੰ ਕਿਸੇ ਨਾਲ ਸ਼ੇਅਰ ਕਰਾਂ, ਵੈਸੇ ਮੈਂ ਕਿਸੇ ਨਾਲ ਨਹੀਂ ਕਰਦਾ, ਬਟ ਇਕਲੌਤਾ ਇਨਸਾਨ ਜਿਨ੍ਹਾਂ ਨਾਲ ਮੈਂ ਇਹ ਸਾਰੀਆਂ ਗੱਲਾਂ ਸ਼ੇਅਰ ਕਰਦਾ। ਔਰ ਉਹਨਾਂ ਤੋਂ ਮੈਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ, ਤੁਸੀਂ ਜਦ ਬੱਬਲ ਭਾਈ ਦੀ ਗੱਲ ਕੀਤੀ ਸੀ, ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਇਨਸਾਨ ਨੇ ਜੋ ਤੁਹਾਨੂੰ ਜ਼ਿੰਦਗੀ 'ਚ ਗਲਤ ਸਲਾਹ ਨਹੀਂ ਦੇਣਗੇ। ਹੀ ਵਿਲ ਨੈਵਰ ਐਵਰ ਸ਼ੋ ਯੂ ਅ ਰੋਂਗ ਪਾਥ ਟੂ ਗੋ, ਹੈ ਨਾ। ਤਾਂ ਮੈਂ ਉਹਨਾਂ ਨਾਲ ਕਰਦਾ ਹੁੰਦਾ ਗੱਲਾਂ। ਹੀ ਇਜ਼ ਵੈਰੀ, ਬਸ ਮੇਰੇ ਦਿਲ ਦੇ ਬਹੁਤ ਕਰੀਬ ਨੇ। ਔਰ ਜਿਹੜੀ ਲੈਗ ਪੁਲਿੰਗ ਵਾਲੀ ਉਹ ਗੱਲ ਕਰ ਰਹੇ ਨੇ, ਉਹ ਉਹਨਾਂ ਨੇ ਝੂਠ ਨਹੀਂ ਬੋਲਿਆ, ਮੈਂ ਹੈਗਾ ਕੰਜੂਸ, ਔਰ ਮੈਂ ਮਾਣ ਕਰਦਾ ਕੰਜੂਸ ਹੋਣ ਦਾ। ਉਹ ਇਸ ਲਈ ਕਿਉਂਕਿ ਇਹ ਸਾਰੇ ਜਿੰਨੀਆਂ ਮੇਰੇ ਤੋਂ ਚੀਜ਼ਾਂ ਮੰਗਦੀਆਂ ਉਹ ਚੀਜ਼ਾਂ ਮਹਿੰਗੀਆਂ ਹੁੰਦੀਆਂ, ਅਤੇ ਫਿਰ ਮੈਂ ਮੂੰਹ 'ਤੇ ਮਨਾ ਕਰਦੇ, ਮੈਂ ਭਾਜੀ ਦੇਖੋ ਇਹ ਤਾਂ ਪੋਸੀਬਲ ਹੈ ਨਹੀਂ।
ਔਰ ਆਪਾਂ ਝੂਠੀ ਹਾਂ ਦਾ ਨਾਰਾ ਪਰੀਦਾ ਨੀਗਾ ਤੇ ਜੋਕਸ ਅਬਾਊਟ ਉਹਨਾਂ ਨੂੰ ਵੈਸੇ ਮੇਰੇ ਤੋਂ ਕੀ ਚਾਹੀਦਾ, ਕਿਸੇ ਨੂੰ ਕੁਝ ਨਹੀਂ ਚਾਹੀਦਾ, ਪਰ ਉਹ ਫਿਰ ਵੀ ਜੇ ਮੈਂ ਦਊਂਗਾ ਤਾਂ ਨਾ ਨਹੀਂ ਕਰਨਗੇ। ਆਈ ਲਵ ਯੂ ਭਾਜੀ। ਕਿਵੇਂ ਲੱਗਾ ਸੁਰੀਲੀ ਦਾ ਤੋਹਫਾ? ਸੁਰੀਲੀ ਦਾ ਅੰਦਾਜ਼ ਹੀ ਵੱਖਰਾ ਹੈ। ਹੁਣ ਆਪਾਂ ਸ਼ੋਅ ਨੂੰ ਅੱਗੇ ਵਧਾਉਨੇ ਆ ਰਿਵਰਸ 'ਚ। ਮੇਰਾ ਮਤਲਬ ਹੈ ਸਾਡੀ ਗੇਮ ਰਿਵਰਸ ਗੀਤਾਂ ਨਾਲ। ਰਿਵਰਸ ਇਸ ਗੇਮ 'ਚ ਤੁਹਾਨੂੰ ਸੁਣਾਵਾਂਗੇ ਕੁਝ ਗੀਤ ਤੇ ਤੁਸੀਂ ਦੱਸਣਾ ਹੈ ਉਹ ਗੀਤ ਕਿਹੜਾ ਹੈ। ਸ਼ਰਤ ਬਸ ਇੱਕੋ ਹੀ ਹੈ, ਗੀਤ ਰਿਵਰਸ 'ਚ ਚੱਲਣਗੇ ਤੇ ਸਹੀ ਜਵਾਬ ਦੇਣ ਵਾਲੇ ਨੂੰ ਮਿਲਣਗੇ 10 ਪੁਆਇੰਟਸ। ਚਲੋ ਫਿਰ ਸੁਣਦੇ ਹਾਂ ਪਹਿਲਾ ਗੀਤ ਰਿਵਰਸ 'ਚ। ਨਹੀਂ ਨਹੀਂ ਬਾਟੀ ਹੋਏ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਨਹੀਂ ਹੁੰਦੀ ਆ ਜੱਟ ਨੇ ਕੁਲਿੰਦਰ ਬਿੱਲਾ ਜੀ। ਕੁਲਵਿੰਦਰ ਬਿੱਲਾ ਜੀ। ਬਿਨਾ ਪਾਣੀਓ ਹੀ ਸੰਗ ਥੱਲੋਂ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ। ਬਿਨਾ ਪਾਣੀਓ ਹੀ ਸੰਗ ਥੱਲੋਂ ਜੱਟ ਨੇ ਅੰਗਰੇਜ਼ੀ। ਵੈਸੇ ਮੈਂ ਬੋਲ ਸਕਦਾ ਮੈਂ ਕਹਾਣੀ ਕਰ ਮੈਂ ਉਹ ਕਰਤੇ ਦੂਜੇ ਸਿਰਾ ਤੇ ਨਹੀਂ ਜੰਮੇ ਆਵੇ ਮੈਂ ਆਪ ਬਣਿਆ ਚੰਗਿਆਂ ਦਾ ਕਰੇ ਸਾਲੀ ਉਹ ਦੁਨੀਆ ਹੁੰਦਾ 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 ਨਹੀਂ ਮੈਂ ਬੈਠ ਹੋ ਗਿਆ। ਚੰਗਿਆਂ ਦਾ ਕਰੇ ਸਾਲੀ ਉਹ ਦੁਨੀਆ। ਇਹ ਤਾਂ ਨਹੀਂ ਬੋਲਿਆ ਤੁਸੀਂ, ਗਾਣਾ ਤਾਂ ਗਲਤ ਬੋਲਿਆ ਇਹਨਾਂ ਨੇ। ਮਤਲਬ ਫੀਲ ਸੀ ਫਿਰ ਸੀ ਗਿਆ ਇਹ ਤਾਂ 9 ਪੁਆਇੰਟਸ ਇਹ ਕੈਨਸਲ ਹੋ ਗਿਆ। ਚਲੋ ਅਗਲਾ ਫੀਲ ਗਾਣਾ ਪੂਰਾ ਕਰਦੇ ਸੀ ਚਲੋ ਠੀਕ ਹੈ। ਪਰ ਫੀਲ ਚ ਆਨਸਰ ਤਾਂ ਗਲਤ ਹੈ ਨਾ। ਓਕੇ ਠੀਕ ਹੈ। ਅੱਜ ਤੱਕ ਮੈਨੂੰ ਐਸਾ ਯਾਰ ਨਹੀਂ ਉਹ ਮਿਲਿਆ। No pictures. Okay. ਕੋਈ ਨਹੀਂ ਅਗਲਾ ਸੁਣਦੇ ਹਾਂ। ਕੁੜੀ ਕਹਿੰਦੀ ਮੇਰੇ ਚਾਚਵਾਰ ਲੈ ਦੋ ਫੇਸ ਨਾ ਬੱਚੇ ਪਿਆਰ ਲੈ ਲਓ। ਹਾਏ ਰੱਬਾ ਸਾਰਾ ਗੁਰਪਾਲ ਜੀ ਕਿੰਨੇ ਤੇਜ਼ ਹੋ ਤੁਸੀਂ ਗਾਣਿਆਂ ਦੇ ਮਸਲੇ 'ਚ। ਓਏ ਨਜ਼ਰ ਇਹ ਤਾਂ ਇਹਨਾਂ ਦਾ ਆਪਦਾ ਗਾਣਾ ਸੀ, ਇਹ ਕਿਉਂ ਨਾ ਪਤਾ ਹੋਵੇ ਇਹਨਾਂ ਨੂੰ। ਇਹੀ ਤਾਂ ਥੀ ਜੋ ਜੈਗਵਾਰ ਮੰਗ ਰਹੀ ਸੀ। Oh my god, I'm winning. It's okay. That's what I want. ਟੜਾ ਕੁਝ ਤਾਂ ਮਿਲਣਾ ਚਾਹੀਦਾ ਮੈਨੂੰ। ਹੋਰ ਕੋਈ ਗੇਮ ਹੈਗੀ ਹੈ ਜੋ ਮੈਂ ਜਿੱਤ ਜਾਵਾਂ? ਤੇ ਇਸ ਗੇਮ ਦੇ ਵਿਨਰ ਨੇ ਸਾਰਾ। ਲੋ ਜੀ ਬਹੁਤ ਬਹੁਤ ਮੁਬਾਰਕਾਂ ਸਾਰਾ Thank you. ਗੁਰਪਾਲ ਜੀ। Thank you. ਔਰ ਕਾਸ਼ ਇਸ ਸਾਈਡ ਤੋਂ ਨੋਟ ਨਿਕਲਦੇ ਹੁੰਦੇ ਜਿੱਤਣ ਵਾਲੇ। ਬਟ ਐਨੀਵੇਜ਼ ਕੋਈ ਗੱਲ ਨਹੀਂ, ਤੁਸੀਂ ਜਿੱਤ ਗਏ। I was good at it, ਹੈ ਨਾ? ਵਧੀਆ ਸੀ ਨਾ? ਯੂ ਵਰ ਵੈਰੀ ਗੁੱਡ। I'm a good ਇਹਦਾ ਮਤਲਬ listener. ਇਹ ਹੈ ਕਿ ਤੁਸੀਂ ਬਹੁਤ ਗਾਣੇ ਸੁਣਦੇ ਹੋ, ਮੈਂ ਨਹੀਂ ਸੁਣਦਾ ਮਿਊਜ਼ਿਕ। ਅੱਤ, ਕੈਂਟ, ਐਂਡ, ਕੋਕਾ ਇਹ ਸਾਰੇ ਸ਼ਬਦ ਤੁਹਾਡੇ ਤਾਰੀਫ 'ਚ ਵਰਤੇ ਜਾਣਗੇ ਜਦੋਂ ਤੁਸੀਂ ਗਾਓਗੇ ਟੱਪੇ। ਦੇਖੋ ਜੀ, ਤੁਹਾਡੇ ਸਾਹਮਣੇ ਪਿਆ ਹੈ ਇੱਕ ਬੋਲ ਤੇ ਤੁਸੀਂ ਉਸ ਵਿੱਚੋਂ ਚੱਕਣੀ ਹੈ ਇੱਕ ਇੱਕ ਕਰਕੇ ਚਿਟਸ ਤੇ ਚਿਟਸ ਤੇ ਲਿਖੇ ਸ਼ਬਦ ਤੋਂ ਬਣਾਉਣੇ ਹੈ ਟੱਪੇ। ਸੋ ਆਰ ਯੂ ਰੈਡੀ? Yeah. ਯਾ ਵੀ ਆਰ ਰੈਡੀ। ਲੇਡੀਜ਼ ਫਰਸਟ। I think Nazar is very good at it. हाँ बट आई एम नॉट गोइंग टू हेल्प यू। हाँ मैं मदद नहीं Nazar, करूंगा। this is not. हाय हाय। मैं तो जीतने के लिए बनी हूँ, तो जीत जाओ। Oh my god. मेरा वर्ड हैगा खू। हाँ ओके। बारी बरसी खटन के आसी ये टप्पे नहीं है, ये बोली है। तो फिर की रिपीट। टप्पा पता की ਹੁੰਦਾ ਨਾ ਰੇ ਨਾ ਨਾ ਨਾ। ओके 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 आ गया बागे विच आ माया आना ता आ जावे नहीं ता खूह विच जा माया। लगी थोड़ी पॉइंट ले ही गई। एनीवेज मेरी पर्ची बहुत सुरीली चीज को निकल रही है, बहुत बढ़िया लिखेंगे।
ਉਹ ਬਿਜਲੀ ਵਾਲੀ ਤਾਰ ਸੋਹਣੀਏ, ਉਹ ਬਿਜਲੀ ਵਾਲੀ ਤਾਰ ਸੋਹਣੀਏ, ਚੱਲ ਦੋਵੇਂ ਗੇੜੀ ਤੇ ਚੱਲੀਏ, ਨੀ ਮੈਂ ਲੈ ਕੇ ਆਇਆ ਥਾਰ ਸੋਹਣੀਏ, ਨੀ ਚੱਲ ਚੰਡੀਗੜ੍ਹ ਚੱਲੀਏ, ਨੀ ਮੈਂ ਲੈ ਕੇ ਆਉਣਾ ਥਾਰ ਸੋਹਣੀਏ। Oh, that's nice. ਥਾਰ ਸੀਗਾ? ਤਾਰ ਸੀਗਾ। ਤਾਰ ਕਿਉਂ ਥਾਰ? Okay. ਓਕੇ। ਕਾਲਜ ਵਿੱਚ ਜਾਇਆ ਕਰੋ, ਬਸ ਭਾਵੇਂ ਛੁੱਟ ਜਾਵੇ, ਤੁਸੀਂ ਸਾਈਕਲ ਚਲਾਇਆ ਕਰੋ। ਦਿਸ ਇਜ਼ ਬੈਡ ਔਰ ਗੰਦੀ ਚੀਜ਼ ਦਾ ਕੋਈ ਪੁਆਇੰਟ ਨਹੀਂ ਹੋਣਾ ਚਾਹੀਦਾ। And please, I tried. Appreciate that. Okay. ਉਹ ਸਾਡਾ ਸੁੰਨਾ ਹੀ ਵੇੜਾ ਵੇ, ਉਹ ਸਾਡਾ ਸੁੰਨਾ ਏ ਵੇੜਾ ਵੇ, ਆ ਕੇ ਬਾਗ ਖੜਾ ਦੋ, ਕਦੇ ਲਾ ਜਾਓ ਗੇੜਾ ਵੇ, ਉਹ ਆ ਕੇ ਇੱਥੇ ਫੁੱਲ ਖੜਾ ਦੋ, ਕਦੇ ਲਾ ਜਾਓ ਗੇੜਾ ਵੇ। That was ਇਹ ਗੇੜਾ ਸੀ, ਕਦੇ ਆ ਕੇ ਬਾਗ ਬਣਾ ਜਾਓ, ਸਾਡਾ ਸੁੰਨਾ ਹੀ ਵੇੜਾ ਵੇ। ਗੇੜਾ ਸੀ ਇਹ। ਪਰ ਜੇ ਇਹ ਇਹਨਾਂ ਦਾ ਕੱਲ ਨੂੰ ਗਾਣਾ ਬਣ ਗਿਆ ਤੇ ਫਿਰ ਇਹਦੇ ਪੈਸੇ ਚਾਹੀਦੇ ਸਾਨੂੰ। ਚਲੋ ਐਨੀਵੇਜ਼। अच्छा, ये बहुत इजी है नजर के लिए। ਓਕੇ। चरखा। ओ देखे 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 देखे। ਤੇ ਤੁਹਾਡੇ ਲਈ ਵੀ ਈਜ਼ੀ ਹੋਏਗਾ, ਮੇਰੇ ਲਈ ਨਹੀਂ। ਫਿਰ ਮੈਂ ਤੁਹਾਡੇ ਤੋਂ 1 ਪੁਆਇੰਟ ਅੱਗੇ ਚੱਲ ਰਿਹਾ। शामी मुखड़ा दिखाया करो, आगे नहीं आंदा। ओके ओके, इट्स डन। आई डोंट नो। ਹਾਂ ਡਨ ਲੀਵ। ਮਾਈਆ। यार ये तो इजी है। ਬਹੁਤ ਸੌਖਾ। ਮਾਈਆ ਤਾਂ ਨਾਰਮਲ ਜਿਹੜੇ ਫੋਕ ਟੱਪੇ ਸੀ ਉਹਨਾਂ 'ਚ ਵੀ ਸੀ, ਮੈਂ ਉਹੀ ਗਾ ਦਿੰਦਾ। ਕੋਠੇ ਤੇ ਕਲਮਾਇਆ, ਕੋਠੇ ਤੇ ਕਲਮਾਇਆ, ਮਿਲਣ ਨੂੰ ਜੀ ਕਰਦਾ, ਮੈਨੂੰ ਆ ਕੇ ਸ਼ਾਮੀ ਮਿਲ ਮਾਹੀਆ, ਉਹ ਮਿਲਣ ਨੂੰ ਦਿਲ ਕਰਦਾ, ਮੈਨੂੰ ਸ਼ਾਮੀ ਆ ਕੇ ਮਿਲ ਮਾਹੀਆ। ਤੇ ਇਸ ਗੇਮ ਦੇ ਵਿਨਰ ਨੇ ਗੁਰਨਜ਼ਰ। ਉਹ ਕਿਆ ਕਰਾਂ, ਵਿਨਰ ਹੋ ਗਏ, ਪੈਸੇ ਤਾਂ ਨਿਕਲਦੇ ਨਹੀਂ ਤੇਰੇ ਚੋਂ। ਬਟ ਐਨੀਵੇਜ਼ ਚਲੋ, ਮਜ਼ਾ ਆਇਆ ਅੱਜ ਖੇਲ ਕੇ ਔਰ ਤੁਹਾਨੂੰ ਹਰਾ ਕੇ। ਬਟ ਆਪਾਂ ਇਕੁਅਲ ਰਹੇ, ਇੱਕ ਗੇਮ ਤੁਸੀਂ ਜਿੱਤ ਗਏ ਔਰ ਇੱਕ ਗੇਮ। ਸਾਰਾ ਐਂਡ ਗੁਰਨਜ਼ਰ, ਅੱਜ ਤੁਸੀਂ ਤਾਂ ਸਮਾਂ ਹੀ ਬੰਨਤਾ ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਵਿਦਾ ਲੈਣ ਦਾ। ਪਰ ਉਸ ਤੋਂ ਪਹਿਲਾਂ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ। ਚਲੋ ਬਈ ਦੋਸਤੋ, ਆਪਾਂ ਮਿਲਦੇ ਹਾਂ ਅਗਲੇ ਸ਼ਨੀਵਾਰ ਸ਼ਾਮੀ 7 ਵਜੇ ਨਵੇਂ ਕਲਾਕਾਰਾਂ ਦੇ ਨਾਲ। ਤੁਸੀਂ ਵੇਖਦੇ ਰਹੋ ਦ ਕ੍ਰਾਸ ਇੰਟਰਵਿਊ।